ਸਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨਸੀ ਵਧੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਹਰਿ ਸਿਮਰਤ ਮਨ ਤਨ ਸੁਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗੀ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰੇ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਗਨ ਬੁਝੀ ਸੀਤਲ ਹੋਇ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਹਰਿ ਸਿਮਰਤ ਮਨ ਤਨ ਸੁਖੀ। ਰਾਮ ਕਲੀ ਮਹੱਲਾ ਪੰਜਵਾ। ਛੰਦ ਸਲੇਖੇਠ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਮ ਕਲੀ ਰਾਗ ਵਿੱਚ ਇਹ ਛੰਦ ਸ਼ਬਦ ਉਚਾਰਨ ਕਰ ਰਹੇ ਹਨ ਤੇ ਦੋ ਪੰਕਤੀਆਂ ਵਾਲਾ ਪਹਿਲਾ ਸ਼ਲੋਕ ਉਚਾਰ ਰਹੇ ਨੇ। ਇਸ ਪਾਵਨ ਸ਼ਬਦ ਦੀ ਅਰੰਭਤਾ ਕੱਲ ਹੋਈ ਸੀ। ਸ਼ਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਪਿਆਰਾ ਦੀ ਹੈ ਬਿਪਤ ਨਿਵਾਰਨ ਰਾਮ। ਇੱਕ ਸ਼ਲੋਕ ਤੇ ਇੱਕ ਛੰਦ। ਫਿਰ ਇਹ ਹੁਣ ਦੂਜਾ ਸ਼ਲੋਕ ਹੈ, ਇਹ ਦੂਜਾ ਛੰਦ। ਇਉਂ ਚਾਰ ਸ਼ਲੋਕ ਤੇ ਚਾਰ ਛੰਦਾਂ ਦੀਆਂ ਪੌੜੀਆਂ ਆਉਣਗੀਆਂ। ਇਹ ਆਪ ਦੂਸਰਾ ਸ਼ਲੋਕ ਸਰਵਣ ਕਰ ਰਹੇ ਹੋ ਜੀ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਕਹੀਏ ਸ਼ਲੋਕ। ਹਰਿ ਸਿਮਰਤ ਮਨ ਤਨ ਸੁਖੀ। ਹਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਪੁਰਖ ਦਾ ਮਨ ਅਰ ਤਨ ਸੁਖੀ ਹੋਇਆ ਹੈ। ਬਿਨਸੀ ਦੁਤੀਆ ਸੋ। ਅਤੇ ਦ્વੈਤ ਭਾਵ ਤੇ ਸੋਚ ਫਿਕਰ ਵੀ ਨਾਸ਼ ਹੋ ਗਿਆ, ਦੂਰ ਹੋ ਗਿਆ ਹੈ। ਜਾਂ ਗੋਬਿੰਦ ਦੀ ਚਿੰਤਾ ਤੋਂ ਬਗੈਰ ਜੋ ਦੂਜੀ ਚਿੰਤਾ ਹੈ ਉਹ ਨਾਸ਼ ਹੋ ਗਈ ਹੈ। ਨਾਨਕ ਟੇਕ ਗੋਪਾਲ ਕੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਸ ਲਈ ਗੋਪਾਲ ਜੋ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਨ ਦੀ ਪਾਲਣਾ ਕਰਨ ਵਾਲਾ ਕੌਣ ਹੈ? ਪਰਮੇਸ਼ਰ। ਪਰਮੇਸ਼ਰ ਦੀ ਓਟ ਲੈਣੀ ਚਾਹੀਦੀ ਹੈ। ਗੋਬਿੰਦ ਸੰਕਟ ਮੋਚ। ਕਿਉਂਕਿ ਗੋਬਿੰਦ ਪਰਮੇਸ਼ਰ ਹੀ ਦੁੱਖਾਂ ਤੋਂ ਸੰਕਟਾਂ ਤੋਂ ਬਚਾਉਣ ਵਾਲਾ ਹੈ। ਸਤਿਗੁਰੂ ਪੂਰੈ ਸੇਵੀਐ ਦੁੱਖਾਂ ਕਾ ਹੋਏ ਨਾਸ। ਨਾਨਕ ਨਾਮੀ ਅਰਧਿਐ ਕਾਰਜ ਆਵੈ ਦਾਸ। ਗੁਰ ਪੂਰਾ ਜਿਨ ਸਿਮਰਿਆ ਸੇ ਪਏ ਨਿਹਾਲ। ਨਾਨਕ ਨਾਮੀ ਅਰਧਿਐ ਕਾਰਜ ਆਵੈ ਦਾਸ।
ਸਤਿਗੁਰੂ ਦੇ ਦੁਆਰਾ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ, ਇਹਦੇ ਨਾਲ ਸੁਖ ਵੀ ਮਿਲਦਾ ਹੈ, ਕਾਜ ਵੀ ਰਾਸ ਹੁੰਦੇ ਹਨ। ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈ ਹੈ। ਸੋ ਇੱਕੋ ਇੱਕ ਗੋਬਿੰਦ ਪਰਮੇਸ਼ਰ ਹੀ ਹੈ ਜੋ ਦੁੱਖਾਂ ਤੋਂ ਸੰਕਟਾਂ ਤੋਂ ਬਚਾਉਣ ਵਾਲਾ ਹੈ। ਗੌੜੀ ਮਹਲਾ ਪੰਜਵਾ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਬਰਿਆ ਰਤੀਏ ਪੂਰਨ ਸਤਿਗੁਰ ਗਿਆਨ। ਮਹਾਰਾਜ ਦੁੱਖਾਂ ਨੂੰ ਸੰਕਟਾਂ ਨੂੰ ਨਾਸ਼ ਕਰਨੇ ਵਾਲਾ ਹੈ। ਸੰਤ ਇਹ ਸ਼ਲੋਕ ਮੰਨੋ ਇੱਕ ਮੂਲ ਰੂਪ ਹੈ। ਹੁਣ ਸ਼ਬਦ ਦੇ ਵਿੱਚ ਇਸੇ ਸ਼ਲੋਕ ਦੀ ਸਮਝ ਲੋ ਵਿਆਖਿਆ ਕਰਦੇ ਨੇ, ਟੀਕਾ ਕਰਦੇ ਨੇ, ਕਥਾ ਕਰ ਰਹੇ ਹਨ। ਗੁਰੂ ਸਾਹਿਬਾਨ ਦੇ ਵੇਲੇ ਗੁਰਬਾਣੀ ਦੀ ਕਥਾ ਗੁਰਬਾਣੀ ਦੁਆਰਾ ਹੀ ਹੋਇਆ ਕਰਦੀ ਸੀ। ਸੋ ਇਹ ਸ਼ਬਦ ਉਚਾਰਨ ਕਰ ਰਹੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਿਹਦੇ ਵਿੱਚ ਕੱਲਾ ਕਾਵ ਹੋਵੇ ਉਹ ਤਾਂ ਸ਼ਬਦ ਹੁੰਦਾ ਹੈ, ਤੇ ਜਿਹਦੇ ਵਿੱਚ ਨਾਲ ਸੰਗੀਤ ਵੀ ਹੋਵੇ ਸੋ ਸ਼ਬਦ ਹੁੰਦਾ ਹੈ। ਇਹਦੇ 'ਚ ਸੰਗੀਤਮਈ ਧੁਨੀ ਉਤਪੰਨ ਹੋ ਰਹੀ ਹੈ, ਸੋ ਇਸ ਲਈ ਇਹ ਸ਼ਬਦ ਹੈ। ਪਰ ਮਹਾਰਾਜ ਫਰਮਾਉਂਦੇ ਨੇ ਭੈ ਸੰਕਟ ਕਾਟੇ ਹਾਂਜੀ ਨਾਰਾਇਣ ਦਇਆਲ ਜੀਓ। ਦਇਆ ਦੇ ਕਾਰਨ ਨਾਰਾਇਣ ਪਰਮੇਸ਼ਰ ਜੀ ਨੇ ਉਸ ਪੁਰਖ ਦੇ ਭੈਦਾਇਕ ਨਰਕ ਆਦਿਕ ਦੇ ਜਿੰਨੇ ਵੀ ਸੰਕਟ ਦੁੱਖ ਸਨ ਉਹ ਕੱਢ ਦਿੱਤੇ ਹਨ। ਹਰ ਗੁਣ ਆਨੰਦ ਗਾਏ, ਸੋ ਹਰੀ ਦੇ ਗੁਣਾਂ ਨੂੰ ਆਨੰਦ ਪੂਰਵਕ ਗਾਉਣਾ ਕੀਤਾ ਹੈ। ਪ੍ਰਭ ਦੀਨਾਨਾਥ ਪ੍ਰਤਿਪਾਲ ਜੀਓ। ਜਿਸ ਨੇ ਗਰੀਬਾਂ ਦੇ ਸੁਆਮੀ ਅਤੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਸਮਰੱਥ ਪਰਮੇਸ਼ਰ ਦੇ ਆਨੰਦ ਪੂਰਵਕ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹਨਾਂ ਦੇ ਮਹਾਰਾਜ ਨੇ ਭੈ ਵੀ ਕੱਢ ਦਿੱਤੇ, ਸੰਕਟ ਦੁੱਖ ਵੀ ਕੱਢ ਦਿੱਤੇ ਹਨ। ਪ੍ਰਤਿਪਾਲ ਚੁੱਤ ਪੁਰਖ ਏਕੋ, ਜੋ ਸਾਰਿਆਂ ਦੇ ਪ੍ਰਤਿਤਾਈ ਪਾਲ ਪਾਲਣਾ ਕਰਨ ਵਾਲਾ ਅਚੁੱਤ ਅਗੇੜ ਰੂਪ ਅਤੇ ਇੱਕੋ ਇੱਕ ਪੂਰਨ ਪਰਮੇਸ਼ਰ ਹੈ। ਇਸ ਦੇ ਤਾਈ ਤਿਸ ਦੇ ਨਾਲ ਉਸ ਦਾ ਰੰਗ ਕਈਏ ਪ੍ਰੇਮ ਲੱਗ ਗਿਆ ਹੈ। ਜਿਹਦੇ ਮੱਥੇ ਤੇ ਪਰਮੇਸ਼ਰ ਨੇ ਕਿਰਪਾ ਦਾ ਹੱਥ ਰੱਖਿਆ ਹੈ, ਉਹਨੂੰ ਆਪਣੇ ਚਰਨਾਂ ਦੇ ਨਾਲ ਮਿਲ ਲਿਆ ਹੈ। ਇਸੇ ਪ੍ਰਕਾਰ ਜਿਸ ਪੁਰਖ ਨੇ ਹੱਥ ਤੇ ਮੱਥਾ ਦੋਹਾਂ ਨੂੰ ਗੁਰੂ ਪਰਮੇਸ਼ਰ ਦੇ ਚਰਨਾਂ ਤੇ ਰੱਖਿਆ, ਉਸ ਨੂੰ ਆਪਣੇ ਨਾਲ ਵਾਹਿਗੁਰੂ ਜੀ ਨੇ ਅਪੀਲ ਕਰ ਲੈਣਾ ਕੀਤਾ ਹੈ। ਇਸੇ ਪ੍ਰਕਾਰ ਹਰ ਚਰਨ ਮਸਤਕ ਮੇਲ ਲੀਨੇ, ਜਿਸ ਦਾ ਗੁਰਾਂ ਪਰਮੇਸ਼ਰ ਨੇ ਆਪਣੀ ਰੂਪੀ ਹੱਥ ਫੜ ਲਿਆ ਹੈ ਅਤੇ ਜਿਸ ਦਾ ਅੰਤਰਕਰਨ ਵੀ ਮਸਤਕ ਸ਼ਰਧਾ ਵਾਲਾ ਹੋਇਆ ਹੈ, ਉਸ ਨੂੰ ਆਪਣੇ ਚਰਨ ਆਦਰਸ਼ਣ ਸਰੂਪ ਦੇ ਨਾਲ ਮਿਲ ਲਿਆ ਹੈ। ਆਇਨ ਦਿਨ ਜਾਗਾ, ਔਰ ਉਸ ਦਾ ਮਨ ਸਦਾ ਹਮੇਸ਼ਾ ਹੀ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਗਿਆ ਹੈ। ਜੀਉ ਪਿੰਡ ਗ੍ਰਹਿ ਉਥਾਨ ਕਿਸਕਾ, ਇਹ ਪਿਆਰੇ ਜੀ ਤਨ ਸੂਖਮ ਸਰੀਰ ਤੇ ਮਹਾਰਾਜ ਫਰਮਾਉਂਦੇ ਹਨ ਅੰਨ ਜੋਬਨ ਧਨ ਮਾਲ ਜੀਓ। ਇਹ ਪਿਆਰੇ ਜੀਓ ਤਨ ਸੂਖਮ ਸਰੀਰ ਜਾਂ ਤਨ ਪੁੱਤਰ ਜੋਬਨ ਜਵਾਨੀ ਧਨ ਦੌਲਤ ਇਹ ਮਾਲ ਹਾਥੀ ਘੋੜੇ ਆਦਿਕ ਜੀਓ ਜ਼ਿੰਦਗੀ ਪਿੰਡ ਸਥੂਲ ਸਰੀਰ
ਗ੍ਰਹਿ ਹੋ ਘਰ ਤੇ ਥਾਨ ਜੋ ਅਸਥਾਨ ਆਦਿਕ ਸਭ ਕੁਝ ਤਿਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ। ਇਸੇ ਪ੍ਰਕਾਰ ਧਨ ਜੋਬਨ ਧਨ ਮਾਲ ਜਿਉ ਜੋ ਜਿਉ ਪਿੰਡ ਬ੍ਰਿਉਥਾਨ ਤਿਸ ਕਾ ਧਨ ਜੋਬਨ ਧਨ ਮਾਲ ਜਿਉ। ਇਹ ਪਿਆਰੇ ਜੀਵੋ ਗਿਆਨ ਰੂਪੀ ਤਨ ਪੁੱਤਰ ਸ਼ੌਂਕ ਅਵਸਥਾ ਰੂਪ ਜਵਾਨੀ ਨਾਮ ਰੂਪੀ ਧਨ ਸ਼੍ਰਵਣ ਮਨਨ ਅਧਿਆਸ ਰੂਪੀ ਮਾਲ ਅਤੇ ਜਿਹੜੀ ਜੀਵ ਦੇ ਵਿੱਚ ਚੇਤਨ ਸੱਤਾ ਪਾਈ ਹੋਈ ਹੈ ਪਿੰਡ ਸਥੂਲ ਸਰੀਰ ਅੰਤਰਗੁਣ ਰੂਪੀ ਜੋ ਗ੍ਰਹਿ ਹੋ ਘਰ ਹੈ ਸਤਸੰਗਤ ਰੂਪੀ ਅਸਥਾਨ ਆਦਿਕ ਸਭ ਕੁਝ ਤਿਸ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ। ਸਾਧ ਸਦਾ ਬਲ ਜਾਈ ਨਾਨਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਤੋਂ ਹਮੇਸ਼ਾ ਬਲਿਹਾਰ ਜਾਣਾ ਕਰੀਏ। ਸਰਬ ਜੀਆ ਪ੍ਰਤਿਪਾਲ ਜਿਉ ਇਹ ਪਿਆਰੇ ਜੀਓ ਜੋ ਸਾਰਿਆਂ ਜੀਆਂ ਦੀ ਪ੍ਰਤਤਾਈ ਪਾਲਣਾ ਕਰਨੇ ਵਾਲਾ ਹੈ ਸੋ ਉਸ ਵਾਹਿਗੁਰੂ ਤੋਂ ਹਮੇਸ਼ਾ ਹਮੇਸ਼ਾ ਲਈ ਬਲਿਹਾਰ ਕੁਰਬਾਨ ਜਾਣਾ ਕਰੀਏ। ਲੋਕ ਰਸਨਾ ਉਚਦਾ ਹਰ ਹਰੀ ਤੀਸਰਾ ਸ਼ਲੋਕ ਉਚਾਰਨ ਕਰ ਰਹੇ ਨੇ ਕਿ ਜਿਸ ਗੁਰਮੁਖ ਦੀ ਰਸਨਾ ਜ਼ਬਾਨ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੀ ਹੈ ਗੁਣ ਗੋਬਿੰਦ ਵਖਿਆਨ ਅਤੇ ਮਨ ਕਰਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਦਾ ਹੈ। ਨਾਨਕ ਪਕੜੀ ਟੇਗ ਏਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਗੁਰਮੁਖ ਜਨ ਨੇ ਮਨ ਬਾਣੀ ਸਰੀਰ ਕਰਕੇ ਇੱਕ ਅਕਾਲ ਪੁਰਖ ਦੀ ਟੇਕ ਓੜ ਪਕੜੀ ਹੈ ਪਰਮੇਸ਼ਰ ਰੱਖੈ ਨਿਦਾਨ ਉਸ ਦੀ ਪਰਮੇਸ਼ਰ ਆਪ ਨਿਦਾਨ ਬਾਲਕ ਜਾਣ ਕੇ ਰੱਖਿਆ ਕਰਦਾ ਹੈ। ਜਿਵੇਂ ਮਾਂ ਬੱਚੇ ਨੂੰ ਛੋਟਾ ਜਾਣ ਕੇ ਉਹਦੀ ਸੇਵਾ ਸੰਭਾਲ ਕਰਦੀ ਹੈ ਇਸ ਤਰ੍ਹਾਂ ਸੋ ਹਮ ਨਾਨੇ ਨੀਰ ਤੁਮੇ ਬਟ ਸਾਹਿਬ तुम दाते ठाकुर प्रतिपालक नायक कसम हमारे निमक निमक तुम्हें ही प्रतिपाल हो हम बारिक तुम्हारे तारे आप दे नन्हे बच्चे जान के महाराज आप उन्होंने लोग रखिया करता है या ਉਹਦੀ ਅੰਤ ਵੇਲੇ ਪਰਮੇਸ਼ਰ ਆਪ ਰੱਖਿਆ ਕਰਦਾ ਹੈ। ਸ਼ੰਤ ਸ਼ਬਦ ਉਚਾਰਨ ਕਰ ਰਹੇ ਨੇ ਜਿਹਦੇ ਚ ਕਾਵ ਵੀ ਹੋਵੇ ਅਤੇ ਸੰਗੀਤ ਵੀ ਹੈ। ਸੁਆਮੀ ਪ੍ਰਭ ਰੱਖੋ ਉਹ ਜੋ ਸੁਆਮੀ ਮਾਲਕ ਪਰਮੇਸ਼ਰ ਹੈ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਚਲਤਾ ਕੈ ਲਾਗ ਜਿਉ ਇਹ ਪਿਆਰੇ ਜੀਓ ਇਸ ਵਾਹਿਗੁਰੂ ਦੇ ਸ਼ਰਨ ਜਾਂ ਪ੍ਰੇਮ ਰੂਪੀ ਮੱਲੇ ਦੇ ਵਿੱਚ ਲੱਗਣਾ ਕਰੋ ਜੀ। ਆਜ ਸਾਧੂ ਸੰਗ ਦਇਆਲ ਦੇਵ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਦਇਆਲ ਦਇਆ ਦੇ ਘਰ ਪ੍ਰਕਾਸ਼ ਰੂਪ ਬ੍ਰਹਮ ਦਾ ਭਜਨ ਕਰੋ। ਮਨ ਕੀ ਮਤ ਤਿਆਗ ਜਿਉ ਹਰ ਹੀ ਪਿਆਰੇ ਜੀਓ ਆਪਣੇ ਮਨ ਦੀ ਜੋ ਮਤ ਅਕਲ ਹੈ ਇਸ ਨੂੰ ਤਿਆਗ ਛੱਡ ਕੇ ਗੁਰਮਤਿ ਨੂੰ ਧਾਰਨ ਕਰੋ। ਓਟ ਕੀਜੈ ਜਿਉ ਦੀਜੈ ਇੱਕ ਪਰਮੇਸ਼ਰ ਦੀ ਹਿਰਦੇ ਵਿੱਚ ਟੇਕ ਲੈਣਾ ਕਰੋ ਅਤੇ ਆਪਣਾ ਜੀਵਨ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਭੇਟਾ ਦੇਣਾ ਕਰੋ। ਆਸ ਇੱਕ ਧਰਣੀ ਧਰੈ ਅਤੇ ਇੱਕ ਧਰਤੀ ਨੂੰ ਧਾਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦੇ ਚਿੱਤ ਵਿੱਚ ਚਾਹਨਾ ਰੱਖਣਾ ਕਰੋ ਜੀ। ਸਾਧ ਸੰਗੇ ਹਰ ਨਾਮ ਰੰਗੇ ਜਿਸ ਦਾ ਚਿੱਤ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਬਾਬਾ ਜੀ ਤੁਸੀਂ ਮੂੰਹ ਦਾ ਬੰਨਿਆ ਸਿਰ ਤੇ ਕੱਪੜਾ ਲਿਆ ਹੀ ਨਹੀਂ। ਵਾਹਿਗੁਰੂ ਜੀ
ਇਹ ਵਾਹਿਗੁਰੂ ਜੀ ਸੰਗਤ ਵੈਸੇ ਮੂੰਹ ਬਣ ਕੇ ਨਾ ਆਇਆ ਕਰੋ, ਕੋਈ ਪ੍ਰੋਗਰਾਮ ਕਰਨਾ ਨਹੀਂ ਹੈ, ਗ੍ਰਾਮ ਕੇ ਰੌਲਾ ਪਾਉਣੀ ਗੌਰਮੈਂਟ। ਹਰਿਮੰਦਰ ਸਾਹਿਬ ਦੇ ਅੰਦਰ ਸੇਵਾਦਾਰ ਜਿਹਨੇ ਮੂੰਹ ਬੰਨਿਆ ਹੋਇਆ ਦਾ ਮੂੰਹ ਖੁਲਾ ਦਿੰਦੇ ਨੇ, ਇਤਨਾ ਸਿੱਧੇ ਹੋਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਜ਼ਾਰਾਂ ਲੋਕ ਇੱਥੇ ਮੱਥਾ ਟੇਕਦੇ ਨੇ, ਕਰੋਨਾ ਹੋਵੇ ਸਾਨੂੰ ਨਾ ਹੋਵੇ, ਕੋਈ ਕਰੋਨਾ ਨਹੀਂ। ਐਵੇਂ ਜਾਣ ਕੇ ਸਟੰਟ ਬਣਾਇਆ ਹੋਇਆ, ਡਾਕਟਰਾਂ ਨੇ ਪਹਿਲਾਂ ਗੁਰਦੇ ਕੱਢ ਕੇ ਵੇਚੀ ਜਾਂਦੇ ਸੀ, ਹੁਣ ਕਰੋਨਾ ਦਾ ਬਹਾਨਾ ਲਾ ਕੇ ਬੰਦਾ ਸਹੀ ਸਲਾਮਤ ਜਾਂਦਾ, ਉਹਨੂੰ ਲਿਫਾਫੇ 'ਚ ਪਾ ਕੇ ਤੇ ਗੰਢ ਦੇ ਕੇ ਮੜੀਆਂ ਨੂੰ ਤੋੜ ਦਿੰਦੇ। ਤੇ ਡਾਕਟਰ ਜ਼ਾਲਮ ਬਣੇ ਹੋਏ ਨੇ, ਇਹਨਾਂ ਤੋਂ ਬਚ ਕੇ ਰਹੋ। ਲੱਗਦੀ ਭਾਈ ਆਪ ਦੇ ਹੱਥੀਂ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ, ਤੇ ਪਰ ਹਸਪਤਾਲ ਨਾਲ ਕਦੀ ਭੁੱਲ ਕੇ ਜਾਓ। ਹਾਂਜੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗੇ ਹਰ ਨਾਮ ਰੰਗੇ, ਜਿਸ ਦਾ ਚਿੱਤ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਸੰਸਾਰ ਸਾਗਰ ਸਭ ਤਰੈ, ਉਹ ਸਭ ਤਰ੍ਹਾਂ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਜਾਂ ਉਹ ਆਪ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਅਤੇ ਉਹਦੀ ਸੰਗਤ ਕਰਨ ਵਾਲੇ ਵੀ ਸਾਰੇ ਜੀਵ ਤਰ ਜਾਂਦੇ ਹਨ। ਜਨਮ ਮਰਨ ਵਿਕਾਰ ਛੂਟੇ, ਉਸ ਦਾ ਜੰਮਣਾ ਮਰਨਾ ਮਿਟ ਗਿਆ, ਅਤੇ ਕਾਮ ਆਦਿ ਵਿਕਾਰ ਵੀ ਛੁੱਟ ਗਏ, ਨਿਵਰਤ ਹੋ ਗਏ ਹਨ। ਫਿਰ ਨਾ ਲਾਗੈ ਦਾਗ ਜੀਓ, ਇਹ ਪਿਆਰੇ ਜੀਓ ਫਿਰ ਮੁੜ ਕੇ ਦੁਨੀਆ ਦੇ ਅੰਦਰ ਦੁਬਾਰਾ ਉਸ ਨੂੰ ਕੋਈ ਵੀ ਦਾਗ ਨਹੀਂ ਲੱਗੇਗਾ, ਭਾਵ ਕਲੰਕ ਨਹੀਂ ਲੱਗੇਗਾ। ਉਹ ਕਲੰਕ ਤੋਂ ਰਹਿਤ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਜੁਨਾ ਰੂਪੀ ਕਲੰਕ ਨਹੀਂ ਲੱਗੇਗਾ। ਬਲ ਜਾਈ ਨਾਨਕ ਪੁਰਖ ਪੂਰਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪਰਿਪੂਰਨ ਅਕਾਲ ਪੁਰਖ ਤੋਂ ਬਲਿਹਾਰ ਜਾਣਾ ਕਰ। ਜਾ ਕਾ ਸੁਹਾਗ ਜੀਓ, ਇਹ ਪਿਆਰੇ ਜੀਓ ਜਿਸ ਵਾਹਿਗੁਰੂ ਦਾ ਜੋ ਆਨੰਦ ਹੈ, ਅਸਥਿਤ ਰਹਿਣ ਵਾਲਾ ਹੈ, ਉਸ ਪਰਿਪੂਰਨ ਅਕਾਲ ਪੁਰਖ ਤੋਂ ਬਲਿਹਾਰ ਜਾਈਏ। ਲੋਕ ਧਰਮ ਅਰਥ ਅਰ ਕਾਮ ਮੋਖ, ਉਹ ਪਰਮੇਸ਼ਰ ਧਰਮ ਜਿਵੇਂ ਸਾਡਾ ਸਿੱਖੀ ਧਰਮ ਹੈ, ਅਰਥ ਜੋ ਮਾਇਆ ਦੀ ਲਾਦਕ ਹੈ, ਅਰ ਕਾਮ ਕਾਮਨਾ, ਤੇ ਮੋਖ ਮੁਕਤੀ ਤੇ ਕੇਵਲ ਮੁਕਤੀ। ਬੁੱਧ ਪਦਾਰਥ ਨਾਥ, ਜੋ ਮੋਖ ਮੁਕਤੀ ਅਤੇ ਕੇਵਲ ਮੁਕਤੀ ਆਦਿ ਕੀ ਨਾ ਪਦਾਰਥਾਂ ਦਾ ਨਾਥ ਸੁਆਮੀ ਮਾਲਕ ਹੈ ਉਹ ਵਾਹਿਗੁਰੂ। ਸਗਲ ਮਨੋਰਥ ਪੂਰਿਆ, ਅਰਥਾਤ ਪਰਮੇਸ਼ਰ ਧਰਮ ਦੀ ਰੱਖਿਆ ਕਰਦਾ ਹੈ, ਲੋੜ ਅਨੁਸਾਰ ਪਦਾਰਥ ਵੀ ਦਿੰਦਾ ਹੈ, ਕਾਮਨਾ ਵੀ ਪੂਰੀ ਕਰਦਾ ਹੈ, ਮੁਕਤੀ ਵੀ ਦਿੰਦਾ ਹੈ, ਅਤੇ ਕੇਵਲ ਮੁਕਤੀ ਆਦਿ ਦੀ ਦਾਤ ਵੀ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੋ ਸਾਰੇ ਮਨ ਦੇ ਮਨੋਰਥ ਸੰਕਲਪ ਨੇ ਉਹ ਵੀ ਮਹਾਰਾਜ ਪੂਰੇ ਕਰ ਦਿੰਦਾ ਹੈ। ਕੰਤ ਨਾਨਕ ਲਿਖਿਆ ਮਾਥ, ਸਤਿਗੁਰੂ ਜੀ ਕਥਨ ਕਰਦੇ ਕਿ ਜਿਹਦੇ ਮੱਥੇ ਤੇ ਨਿਸ਼ਕਾਮ ਕਰਮਾਂ ਦਾ ਸਦਕਾ ਸਰੀਰ ਲੇਟ ਲਿਖਿਆ ਹੋਵੇ, ਜੋ ਪਹਿਲਾਂ ਜਗਿਆਸਾ ਅਵਸਥਾ ਵਿੱਚ ਸੰਕਲਪ ਸੀਗਾ, ਉਹਦੇ ਪਰਮੇਸ਼ਰ ਨੇ ਸਾਰੇ ਮਨ ਦੇ ਸੰਕਲਪ ਪੂਰੇ ਕਰ ਦਿੱਤੇ ਨੇ। ਜਿਵੇਂ ਭਗਤ ਰੂਹ ਜੀ ਰਾਜ ਭਾਗ ਦੀ ਇੱਛਾ ਲੈ ਕੇ ਜੰਗਲਾਂ ਨੂੰ ਗਏ ਸਨ, ਜਦ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਤਾਂ ਉਸ ਵਕਤ ਉਹਦੇ ਮਨ ਦੀ ਜੋ ਕਾਮਨਾ ਸੀ ਖਤਮ ਹੋ ਗਈ। ਮਹਾਰਾਜ ਨੇ ਪੁੱਛਿਆ ਕਿ ਦੱਸ ਭਗਤ ਜੀ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਆਪ ਦੇ ਦਰਸ਼ਨਾਂ ਦੀ ਚਾਹਨਾ ਸੀ, ਸੋ ਆਪ ਨੇ ਬਖਸ਼ ਦਿੱਤੇ, ਹੋਰ ਕੀ ਚਾਹੀਦਾ ਹੈ? ਕਹਿੰਦੇ ਨਹੀਂ, ਕੁਝ ਨਾ ਕੁਝ ਮੰਗ, ਮੇਰਾ ਮਨ ਤਾਂ ਖੁਸ਼ ਹੋਵੇਗਾ। ਦਰਸ਼ਨ ਦਾ ਮੈਂ ਦੇਣੀ ਸਨ, ਕੁਝ ਵਿਸ਼ੇਸ਼ ਮੰਗ। ਕਹਿੰਦਾ ਜੀ ਹੋਰ ਤਾਂ ਤੁਹਾਡੀ ਕਿਰਪਾ ਹੈ, ਪਰ ਜੇ ਤੁਸੀਂ ਤੁਰਦੇ ਹੋ ਤੇ ਇੱਕ ਬੇਨਤੀ ਮੇਰੀ ਮੰਨੋ
ਮੈਨੂੰ ਉੱਥੇ ਪਹੁੰਚਾ ਦਿਓ ਜਿੱਥੇ ਮੇਰੇ ਵੱਡ ਵਡੇਰੇ ਵੀ ਨਾ ਪਹੁੰਚੇ ਹੋਣ। ਕਹਿੰਦੇ 7 ਵਜੇ। ਪਰ ਅਜੇ ਤਾਂ ਤੇਰੀ ਉਮਰ ਬਾਕੀ ਹੈ, ਜੇ ਮੈਂ ਹੁਣੇ ਤੈਨੂੰ ਪਹੁੰਚਾ ਦਿੱਤਾ ਤਾਂ ਦੁਨੀਆ ਕੀ ਸੋਚੇਗੀ ਕਿ ਸ਼ਾਇਦ ਧਰੂ ਜੰਗਲ ਦੇ ਜੋ ਸ਼ੇਰ ਚੀਤੇ ਬਘਿਆੜ ਨੇ ਜਾਂ ਕੋਈ ਧੁੱਪ ਹੈ ਜਾਂ ਬਾਰਿਸ਼ ਹੈ ਇਹਦਾ ਸ਼ਿਕਾਰ ਹੋ ਗਿਆ, ਕਿ ਵੈਸੇ ਬਿਰਤਾ ਦਾ ਮਾਰਿਆ ਚੜਾਈ ਕਰ ਗਿਆ। ਲੋਕਾਂ ਨੂੰ ਕਿਵੇਂ ਪਤਾ ਲੱਗੇਗਾ? ਤੂੰ ਰਾਜ ਭਾਗ ਦੀ ਇੱਛਾ ਲੈ ਕੇ ਘਰੋਂ ਤੁਰਿਆ ਸੀ, ਉਹ ਤੇਰੀ ਰਾਜ ਦੀ ਇੱਛਾ ਮੈਂ ਜ਼ਰੂਰ ਪੂਰੀ ਕਰਨੀ ਹੈ। ਜਾ ਤੈਨੂੰ ਇਥੋਂ ਦਾ 36,000 ਵਰੇ ਦਾ ਰਾਜ ਬਖਸ਼ਿਆ, ਪਰ ਉਸ ਤੋਂ ਬਾਅਦ ਤੈਨੂੰ ਅਚਲ ਪਦਵੀ ਤੇ ਮੈਂ ਪਹੁੰਚਾਵਾਂਗਾ। ਸਾਧ ਸੰਗਤ ਜੀਓ, ਸਤਿਯੁਗ ਦੇ ਵਿੱਚ ਧਰੋ ਭਗਤ ਜੀ ਨੇ 36,000 ਵਰਾ ਰਾਜ ਕੀਤਾ। 36,000 ਵਰਾ। ਤੇ ਉਸ ਤੋਂ ਬਾਅਦ ਇਹੋ ਜਿਹੀ ਅਚਲ ਪਦਵੀ ਭਗਵਾਨ ਨੇ ਬਖਸ਼ੀ। ਕਹਿੰਦੇ ਨੇ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ। ਧਰਤੀ ਵੀ ਚੱਲਦੀ ਹੈ, ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਹੈ, ਜਿਸ ਦੇ ਨਾਲ ਰੁੱਤਾਂ ਬਣਦੀਆਂ ਨੇ, ਮੌਸਮ ਤਬਦੀਲ ਹੁੰਦਾ ਹੈ। ਜਿਹੜਾ ਧਰਤੀ ਵਾਲਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਉੱਥੇ ਗਰਮੀ ਆ ਜਾਂਦੀ ਹੈ। ਹੁਣ ਸਾਡਾ ਪਾਸਾ ਸੂਰਜ ਦੇ ਸਾਹਮਣੇ ਹੈ, ਤੇ ਜਿਵੇਂ ਜਿਵੇਂ ਸਾਹਮਣੇ ਹੋਏਗਾ ਤਿਵੇਂ ਤਿਵੇਂ ਗਰਮੀ ਵੱਧਦੀ ਜਾਏਗੀ। ਜਿਹੜਾ ਆਸਟ੍ਰੇਲੀਆ ਹੈ ਉਹ ਧਰਤੀ ਦਾ ਦੂਸਰਾ ਪਾਸਾ ਹੈ, ਓਪੋਜ਼ਿਟ ਸਾਈਡ, ਉਹ ਸੂਰਜ ਤੋਂ ਥੋੜਾ ਜਿਹਾ ਪਰੇ ਚਲਾ ਗਿਆ। ਸਾਡੇ ਗਰਮੀ ਹੁੰਦੀ ਹੈ, ਆਸਟ੍ਰੇਲੀਆ ਸਰਦੀ ਹੁੰਦੀ ਹੈ। ਤੋ ਇੰਜ ਯਾਨੀ ਧਰਤੀ ਘੁੰਮਦੀ ਹੈ। ਕਹਿੰਦੇ ਸੂਰਜ ਵੀ ਘੁੰਮਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖ ਦਿੱਤਾ ਕਿ ਸੂਰਜ ਵੀ ਘੁੰਮਦਾ ਹੈ, ਚੰਦਰਮਾ ਵੀ ਘੁੰਮਦਾ ਹੈ। ਜਿੰਨੇ ਤਾਰੇ ਨੇ, ਮੰਗਲ ਹੈ, ਬੁੱਧ ਹੈ, ਸਭ ਧਰਤੀਆਂ ਨੇ, ਇਹ ਵੀ ਇੱਕ ਦੂਜੇ ਦੁਆਲੇ ਚੱਕਰ ਲਗਾਉਂਦੇ ਨੇ। ਪਰ ਇੱਕੋ ਇੱਕ ਧਰੁਵ ਤਾਰਾ ਹੈ ਜਿਹਨੂੰ ਬੋਧੀ ਵਾਲਾ ਤਾਰਾ ਵੀ ਕਹਿੰਦੇ ਨੇ। ਉਹ ਕਿਸੇ ਦੁਆਲੇ ਚੱਕਰ ਨਹੀਂ ਲਗਾਉਂਦਾ ਹੈ, ਉਹ ਆਪਣੀ ਜਗ੍ਹਾ ਤੇ ਅਚਲ ਖੜਾ ਹੈ। ਐਸਾ ਭਗਵਾਨ ਹੈ ਜਿਹੜਾ ਉਸਦਾ ਨਾਮ ਜਪਦਾ ਹੈ, ਉਸ ਨੂੰ ਸਾਰੀਆਂ ਵਸਤੂਆਂ, ਸਾਰੇ ਪਦਾਰਥ ਵੀ ਬਖਸ਼ਦਾ, ਰਾਜ ਵੀ ਬਖਸ਼ਦਾ, ਸਾਰੇ ਮਨ ਦੇ ਸੰਕਲਪ ਵੀ ਪੂਰੇ ਕਰਦਾ, ਤੇ ਲੋਕ ਦੇ ਵਿੱਚ ਅਚਲ ਪਦਵੀ ਤੇ ਵੀ ਪਹੁੰਚਾਉਂਦਾ ਹੈ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੈ, ਜੇ ਕੋ ਆਪਣਾ ਦੁਖ ਮਿਟਾਵੇ, ਹਰ ਹਰ ਨਾਮ ਰਤੈ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੀ ਹੋਮੈ ਸ਼ੂਰੈ, ਜੇ ਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸ, ਨਾਨਕ ਦਾਤੇ ਬਲ ਬਲ ਜਸ। ऐसा वाहिगुरु है जो इच्छा पूरक सर्व सुख दाता हर, जाके बस है काम देना, सो ऐसा कर ध्याइया मेरे जीअड़े, ता सर्व सुख पावे है मेरे मना। ਹੁਣ ਇਸੇ ਹੀ ਸ਼ਲੋਕ ਦੀ ਵਿਆਖਿਆ ਸ਼ਬਦ ਸ਼ਬਦ ਉਚਾਰਨ ਕਰਕੇ ਕਰ ਰਹੇ ਹਨ। ਸਗਲ ਇੱਛ ਮੇਰੀ ਪੁਨੀਆ, ਮੇਰੀ ਤਾਂ ਗੁਰਦੁਆਰੇ ਆਉਣ ਤੋਂ ਸਾਰੀ ਇੱਛਾ ਕਾਮਨਾ ਵਾਹਿਗੁਰੂ ਜੀ ਨੇ ਪੂਰੀ ਕਰ ਦਿੱਤੀ ਹੈ। ਮੇਰਿਆ ਨਿਰੰਜਨ ਰਾਏ ਜੀਓ, ਕਿਉਂਕਿ ਇਹ ਪਿਆਰੇ ਜੀ ਜਦ ਸ਼ੁੱਧ ਸਰੂਪ, ਰਾਜਾ ਸਰੂਪ, ਪ੍ਰਕਾਸ਼ ਰੂਪ ਪਰਮੇਸ਼ਰ ਹੀ ਮਿਲ ਗਿਆ, ਫਿਰ ਇੱਛਾ ਕੋਈ ਪਿੱਛੇ ਰਹੀ ਹੋਈ ਨਹੀਂ ਹੈ। ਜਿਸ ਦੇ ਘਰ ਰਾਜਾ ਦਰਸ਼ਨ ਦੇ ਦੇਵੇ, ਬਾਕੀ ਫੌਜਾਂ ਵਜ਼ੀਰ ਸਾਰੇ ਉਹਦੇ ਨਾਲ ਹੀ ਆਉਣਗੇ, ਜੋ ਧਨ ਪਦਾਰਥ ਖਜ਼ਾਨਾ ਉਹਦਾ ਹੀ ਹੈ। ਤੋ ਇੰਜ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਿਆ। ਗੁਰੂ ਨਾਨਕ ਦੇਵ ਗੋਬਿੰਦ ਰੂਪ
ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਲਈ ਪ੍ਰਮਾਤਮਾ ਕੋ ਬੇਨਤਾ ਰੋ ਜਦ ਉਹਨਾਂ ਦੇ ਦਰਸ਼ਨ ਹੋ ਗਏ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਦੇਖਦ ਹੀ ਨਾਨਕ ਪ੍ਰਤਾਪ ਰਖਿੰਦਰ ਬਾਣੀ। ਫਿਰ ਮਹਾਰਾਜ ਮਿਲ ਪਿਆ ਵਾਹਿਗੁਰੂ ਜਦ ਮਿਲ ਪਿਆ ਗੁਰੂ ਮਿਲ ਪਿਆ ਤਾਂ ਵਾਹਿਗੁਰੂ ਮਿਲ ਪਿਆ। ਜਦ ਵਾਹਿਗੁਰੂ ਮਿਲ ਪਿਆ ਤਾਂ ਸਾਰੀਆਂ ਇੱਛਾ ਗੋਪਾਲ ਜੀ ਦਾ ਆਰਤ ਜੋ ਜਨ ਤੁਮਰੀ ਭਗਤ ਕਰੰਦੇ ਤਿਨ ਕੇ ਕਾਜ ਸਵਾਰਤ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਅੰਤ ਭਇਆ ਵਾਟ ਭਾਗੀ ਹੋ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਵੱਡੇ ਭਾਗਾਂ ਵਾਲਿਓ ਅਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ। ਇਹ ਵੱਡੇ ਭਾਗਾਂ ਵਾਲਿਓ ਸਾਨੂੰ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ। ਤਿੰਨ ਪ੍ਰਕਾਰ ਦਾ ਆਨੰਦ ਹੈ। ਇੱਕ ਵਿਸ਼ੇ ਆਨੰਦ ਹੈ ਤੇ ਇੱਕ ਭੋਗਾਨੰਦ ਹੈ ਤੀਜਾ ਬ੍ਰਹਮਾਨੰਦ ਹੈ। ਇਹਦੇ ਵਿਸ਼ੇ ਆਨੰਦ ਸੰਸਾਰ ਹੈ। ਵਿਸ਼ਿਆਨੰਦ ਸੰਸਾਰ ਹੈ ਭਜਨਾਨੰਦ ਹਰਦਾਸ। ਵਿਸ਼ੇ ਭੋਗਾਂ ਦਾ ਆਨੰਦ ਤਾਂ ਦੁਨੀਆ ਨੂੰ ਹੈ ਤੇ ਭਜਨ ਕਰਨ ਦਾ ਆਨੰਦ ਵਾਹਿਗੁਰੂ ਜੀ ਦੇ ਭਗਤਾਂ ਨੂੰ ਹੈ। ਬ੍ਰਹਮਾਨੰਦ ਜੀਵਨ ਮੁਕਤ ਬ੍ਰਹਮ ਗਿਆਨੀਆਂ ਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਹੈ। ਭਈ ਵਾਸ਼ਨਾ ਨਾਸ਼ ਕਿਉਂਕਿ ਉਹਨਾਂ ਦੀ ਵਾਸ਼ਨਾ ਨਾਸ਼ਯੋਗ ਹੋ ਗਈ ਹੈ। ਵਿਸ਼ੇ ਆਨੰਦ ਆਨੰਦ ਹੈ ਜਲ ਦੇ ਕਟੋਰੇ ਦੀ ਤਰ੍ਹਾਂ ਮੰਨਿਆ ਹੈ। ਕਟੋਰੇ ਵਿੱਚ ਪਾਣੀ ਭਰਿਆ ਹੁੰਦਾ ਹੈ ਉਹ ਠੰਡਾ ਵੀ ਹੋ ਜਾਂਦਾ ਤੱਤਾ ਵੀ ਹੋ ਜਾਂਦਾ ਡੁੱਲ ਵੀ ਜਾਂਦਾ ਹੈ। ਇੰਜ ਜੋ ਵਿਸ਼ਿਆਂ ਦਾ ਆਨੰਦ ਹੈ ਜਲ ਦੇ ਕਟੋਰੇ ਦੀ ਤਰ੍ਹਾਂ ਠੰਡਾ ਤੱਤਾ ਹੋਣ ਦੀ ਤਰ੍ਹਾਂ ਸਰੀਰਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਡਾਕਟਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਬਾਜ਼ਾਰ ਦੇ ਵਿੱਚ ਹਰੇਕ ਤੀਜੀ ਦੁਕਾਨ ਡਾਕਟਰ ਦੀ ਹੈ ਮੈਡੀਕਲ ਸਟੋਰ ਡਾਕਟਰ ਦੀ ਕਿਉਂਕਿ ਬਿਮਾਰੀਆਂ ਬਹੁਤ ਨੇ। ਤੋ ਇਸ ਵਾਸਤੇ ਇਹ ਠੰਡਾ ਦਿੱਤਾ ਸਰੀਰ ਹੋਣ ਦੀ ਤਰ੍ਹਾਂ ਹੈ ਤੇ ਡੁੱਲਣ ਦੀ ਤਰ੍ਹਾਂ ਇੱਕ ਸਰੀਰ ਦਾ ਵਿਛੋੜਾ ਪੈ ਜਾਣਾ ਇੰਜ ਵਿਛੜਨਾ ਡੁੱਲਣ ਦੀ ਤਰ੍ਹਾਂ ਹੈ। ਇਹਦੇ ਜੋ ਭਜਨ ਦਾ ਆਨੰਦ ਹੈ ਇਹ ਬਰਸਾਤੀ ਨਾਲੀ ਦੀ ਤਰ੍ਹਾਂ ਹੈ। ਜਿੰਨਾ ਚਿਰ ਆ ਦੁਆਬੇ ਵਿੱਚ ਚੋ ਕਹਿੰਦੇ ਨੇ ਚੋ ਜਿੰਨਾ ਚਿਰ ਬਾਰਿਸ਼ ਪੈਂਦੀ ਹੈ ਪਹਾੜਾਂ ਤੋਂ ਜਲ ਉਹਨਾਂ ਚੋਆਂ ਦੇ ਵਿੱਚ ਆ ਕੇ ਭਰ ਜਾਂਦਾ ਹੈ। ਉਹ ਭਰ ਕੇ ਵਗਦੇ ਹਨ। ਜਦ ਬਰਸਾਤ ਬੰਦ ਹੋ ਜਾਂਦੀ ਹੈ ਤਾਂ ਜਿਹੜੇ ਚੋਹ ਨੇ ਸੁੱਕ ਜਾਂਦੇ ਨੇ। ਜਿਹੜਾ ਬ੍ਰਹਮਾਨੰਦ ਹੈ ਉਹ ਸਮੁੰਦਰ ਦੀ ਤਰ੍ਹਾਂ ਅਥਾਹ ਹੈ। ਸਮੁੰਦਰ ਦਾ ਪਾਣੀ ਨਾ ਠੰਡਾ ਹੁੰਦਾ ਨਾ ਤੱਤਾ ਹੁੰਦਾ ਨਾ ਡੁੱਲਦਾ ਨਾ ਮੁੱਕਦਾ। ਇੰਜ ਬ੍ਰਹਮਾਨੰਦ ਸੋ ਜਿਹੜਾ ਹੈ ਉਹ ਇੱਕ ਰਸ ਹੁੰਦਾ। ਇਹ ਵਾਹਿਗੁਰੂ ਜੀ ਆਨੰਦ ਭਇਆ ਬਣ ਭਾਗੀ ਹੋ। ਸਾਡੇ ਵੱਡੇ ਭਾਗ ਹਨ ਤਾਂ ਸਾਨੂੰ ਆਨੰਦੀ ਬ੍ਰਹਮਾਨੰਦ ਦੀ ਪ੍ਰਾਪਤੀ ਹੋਈ ਹੈ। ਜਾਂ ਇਹ ਵੱਡੇ ਭਾਗਾਂ ਵਾਲਿਓ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ। ਪ੍ਰਗਟੇ ਪ੍ਰਭ ਆਏ ਜੀਓ। ਜੋ ਸਾਡੇ ਅੰਦਰ ਗਰਭੀ ਗ੍ਰਹਿ ਘਰ ਵਿੱਚ ਪਰਮੇਸ਼ਰ ਆਪ ਆ ਕੇ ਪ੍ਰਗਟ ਸਾਖਿਆਤਕਾਰ ਹੋ ਗਿਆ ਹੈ। ਗ੍ਰਹਿ ਲਾਲ ਆਏ ਪੁਰਬ ਕਮਾਏ। ਪੂਰਬ ਦੇ ਨਿਸ਼ਕਾਮ ਕਰਮਾਂ ਨੂੰ ਕਮਾਉਣੇ ਕਰਕੇ ਹੀ ਅੰਦਰ ਨੂੰ ਵੀ ਘਰ ਦੇ ਵਿੱਚ ਪਿਆਰਾ ਆ ਗਿਆ ਹੈ। ਆ ਕੀ ਉਪਮਾ ਕਿਆ ਗਣਾ। ਉਸ ਵਾਹਿਗੁਰੂ ਦੇ ਆਗਮਨ ਦੀ ਉਪਮਾ ਮਹਿਮਾ ਮੈਂ ਕੀ ਗਿਣ ਕੇ ਵਿਚਾਰ ਕੇ ਦੱਸਾਂ। ਆਪ ਉਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਮਨ ਚਾਹੋ ਭਇਆ ਰਬ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀ ਸੋਗ ਦੋਖ ਨਾ ਵਿਆਪੇ। ਗੁਰ ਚਰਨ ਲਾਗੀ ਦਿਨ ਸੁਭਾਗੇ ਆਪਣਾ ਬਿਰ ਜਾਪੇ। ਅਨਹਦ ਬਾਣੀ
ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਤਾਕੀ ਉਪਮਾ ਕਿਆ ਗਣਾ ਜਿਸ ਨੂੰ ਵਾਹਿਗੁਰੂ ਆ ਕੇ ਆਪ ਮਿਲਿਆ ਹੈ ਉਸ ਸੰਤ ਦੀ ਉਸ ਮਹਾਤਮਾ ਦੀ ਉਪਮਾ ਮੈਂ ਕੀ ਕਹਿ ਕੇ ਦੱਸਾਂ ਬੇਅੰਤ ਪੂਰਨ ਸੁਖ ਸਹਿਜ ਦਾਤਾ ਉਹ ਅੰਤ ਤੋਂ ਰਹਿਤ ਗੁਣਾ ਵਾਲਾ ਹੈ ਸਾਰੇ ਵਿਆਪਕ ਹੈ ਸਹਿਜ ਸਰੂਪ ਦੇ ਸੁੱਖਾਂ ਦਾ ਦਾਤਾ ਹੈ ਜਾਂ ਅਚੁੱਤ ਸੁਖ ਦਾ ਦਾਤਾ ਹੈ ਆਵਨ ਰਸਨਾ ਗੁਣ ਭਾਣਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਜੋ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਯੋਜ ਭਗਵਾਨ ਕਿਹੜੇ ਕਿਹੜੇ ਗੁਣ ਇੱਕ ਰਸਨਾ ਜ਼ਬਾਨ ਦੇ ਨਾਲ ਮੈਂ ਉਚਾਰਨ ਕਰਕੇ ਦੱਸਾਂ ਇਹ ਵਾਹਿਗੁਰੂ ਜੀ ਤੇਰੇ ਬੇਅੰਤ ਗੁਣ ਹਨ ਤੇਰੇ ਗੁਣ ਬਹੁਤ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਸ ਦੀਜੈ ਪਰਮਤ ਨਾਨਕ ਸੁਣ ਮੇਰੇ ਸਾਹਿਬਾ ਦੁਬਦਾ ਪੱਥਰ ਲੀਜੈ ਤੇਰੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਥਨ ਨਹੀਂ ਕੀਤੇ ਜਾ ਸਕਦੇ ਕਥਨ ਕਹਿਣ ਕੋ ਸੋਝੀ ਨਹੀਂ ਜੋ ਵੇਖੈ ਇਸ ਬਣ ਆਵੇ ਆਪ ਮਿਲਾਏ ਗਹਿ ਕੰਠ ਲਾਏ ਜਿਸ ਨੂੰ ਆਪ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ ਉਸ ਨੂੰ ਪਰਮੇਸ਼ਰ ਨੇ ਗਹਿ ਪਕੜ ਕੇ ਅਭੇਦ ਨਿਸ਼ਚੈ ਰੂਪ ਗਲੇ ਦੇ ਨਾਲ ਲਾ ਲਿਆ ਹੈ ਇਸ ਬਿਨਾ ਨਹੀਂ ਜਾਏ ਜੀਉ ਇਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਜਗ੍ਹਾ ਮੁਕਤ ਹੋਣ ਲਈ ਨਹੀਂ ਹੈ ਇਹ ਪਿਆਰੇ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਹਮੇਸ਼ਾ ਰਚਨਹਾਰ ਪਰਮੇਸ਼ਰ ਦੇ ਉੱਪਰੋਂ ਮੈਂ ਬਲਿਹਾਰ ਜਾਂਦਾ ਹਾਂ ਆਪ ਮਹਿ ਰਹਿਆ ਸਮਾਏ ਜੀਉ ਜੋ ਸਾਰਿਆਂ ਦੇ ਵਿੱਚ ਸਮਾ ਲਿਆ ਮਿਲ ਰਿਹਾ ਹੈ ਇਹ ਪਿਆਰੇ ਜੀਓ ਰਾਗ ਰਾਮ ਕਲੀ ਮਹਲਾ ਪੰਜਵਾ ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਵਤਾਰ ਸਮੇਂ ਮਹਾਰਾਜ ਨੇ ਜਿੱਥੇ ਹੋਰ ਬੇਅੰਤ ਸ਼ਬਦ ਰਚੇ ਨੇ ਉੱਥੇ ਆ ਵੀ ਇੱਕ ਰਾਮਕਲੀ ਰਾਗ ਵਾਲਾ ਸ਼ਬਦ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਦੇਣਾ ਕੀਤਾ ਹੈ ਸਾਧ ਸੰਗਤ ਜੀਓ ਗੁਰੂ ਮਹਾਰਾਜ ਇਹ ਪਾਵਨ ਪੰਕਤੀਆਂ ਦੇ ਵਿੱਚ ਸ਼ੁਭ ਵਿਚਾਰ ਪੇਸ਼ ਕਰ ਰਹੇ ਹਨ ਰਾਣ ਝੁੰਝਣੜਾ ਗਾਉ ਸਖੀ ਇਹ ਸੰਤਰੂਪ ਸਖੀ ਸਹੇਲੀਓ ਤੁਸੀਂ ਰਾਣ ਸੁੰਦਰ ਝੁੰਝਣੜਾ ਝੁਨਕਾਰ ਵਾਲਾ ਜਸ ਜਾਂ ਰਾਣ ਝੁੰਝਣੜਾ ਇੱਕ ਰਸ ਪ੍ਰਭੂ ਦਾ ਕੀਰਤਨ ਗਾਉਣਾ ਕਰੋ ਜਿਵੇਂ ਅਖੰਡ ਕੀਰਤਨੀ ਹੈ ਅਖੰਡ ਮਤਲਬ ਇੱਕ ਰਸ ਕੀਰਤਨ ਕਰਦੇ ਨੇ ਜਦੋਂ ਜਥਾ ਚੇਂਜ ਹੁੰਦਾ ਤਾਂ ਉਹ ਵਾਹਿਗੁਰੂ 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 ਕਰਦਿਆਂ ਵੀ ਚੇਂਜ ਕਰਦੇ ਹਨ ਮਤਲਬ ਉਹਨਾਂ ਸਮਾਂ ਵੀ ਸਪੇਸ ਨਹੀਂ ਦਿੰਦੇ ਇੱਕ ਸ਼ਬਦ ਨੂੰ ਲੰਬਾ ਹੀ ਲਈ ਜਾਂਦੇ ਹਨ ਵਿੱਚ ਵਾਹਿਗੁਰੂ ਵਾਹਿਗੁਰੂ ਵਿੱਚ ਪ੍ਰਮਾਣ ਦੇ ਤੌਰ ਤੇ ਹੋਰ ਸ਼ਬਦ ਪੜ੍ਹੀ ਜਾਂਦੇ ਇਹ ਉਹ ਸਾਰੀ ਸਾਰੀ ਰਾਤ ਲੱਗੇ ਰਹਿੰਦੇ ਨੇ ਬੜੀ ਬੜੀ ਉੱਚੀ ਪੂਰੇ ਤਨੋਂ ਮਨੋਂ ਪਿਆਰ ਦੇ ਨਾਲ ਜਿਹੜੀ ਉਹਨਾਂ ਦੀ ਸੰਗਤ ਮੈਂ ਵੇਖੀ ਹੈ ਉਹ ਸਿਮਰਨ ਬਹੁਤ ਕਰਦੀ ਹੈ ਅਸੀਂ ਲੋਕ ਬਸ ਫਾਰਮੈਲਿਟੀ ਨਿਭਾ ਕੇ ਮਾਰੀ ਛਾਲ ਉੱਠ ਕੇ ਗਾਂਗੇ ਤੇ ਉਹ ਬੰਦੇ ਬੜੇ ਦਿਲੋਂ ਪ੍ਰੇਮ ਦੇ ਨਾਲ ਇਸ ਤਰ੍ਹਾਂ ਮਰਜ਼ੀ ਕਰਨ ਪਰ ਦਿਲੋਂ ਪ੍ਰੇਮ ਦੇ ਨਾਲ ਤੇ ਬਾਅਦ ਵਿੱਚ ਵੀ ਸਿਮਰਨ ਦਾ ਚੌਕੜਾ ਮਾਰਦੇ ਅੰਮ੍ਰਿਤ ਵੇਲੇ ਨੂੰ ਸਾਂਭਦੇ ਨੇ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਦੇ ਗੁਰਦੁਆਰਾ ਸਾਹਿਬ ਡੇਲੀ ਅੰਮ੍ਰਿਤ ਵੇਲੇ ਪਹਿਲਾਂ ਸਿਮਰਨ ਹੁੰਦਾ ਹੈ ਉਸ ਤੋਂ ਬਾਅਦ ਹੀ ਤੇ ਬਾਕੀ ਦਾ ਨਿਤਨੇਮ ਆਦਿਕ ਜੋ ਰੋਜ਼ ਦੀ ਮਰਜ਼ਾਦਾ ਹੈ ਸਿਮਰਨ ਦਾ ਵਿਸਾਰ ਨਹੀਂ ਕਰਦੇ ਇੰਜ ਅਖੰਡ ਕੀਰਤਨ ਦਾ ਮਤਲਬ ਇੱਕ ਰਸ
ਸੁੰਦਰ ਝੁਣਕਾਰ ਵਾਲਾ ਵਾਜੀਆਂ ਗਾਜੀਆਂ ਦੇ ਨਾਲ ਤੁਸੀਂ ਕੀਰਤਨ ਗਾਉਣਾ ਕਰੋ, ਕਿਉਂਕਿ ਸਾਧ ਸੰਗਤ ਕੀਰਤਨ ਗਾਇਆ ਨਾਨਕ ਤੇ ਬਹੁਰ ਨਾ ਆਇਆ। ਐਸਾ ਕੀਰਤਨ ਕਰ ਮਨ ਮੇਰੇ ਇਹ ਉਹ ਜੋ ਕਾਮ ਤੇਰੇ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ, ਤਿਸ ਜਨ ਦੋਖ ਨਿਕਟ ਨਹੀਂ ਆਵੇ। ਕਿਉਂ? ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਗਾਉਣਾ ਵਜਾਉਣਾ ਕਰਨਾ ਹੋਵੇ ਤੇ ਕੀਰਤਨ ਦਾ ਕਰੋ ਭਾਈ। ਹਰ ਏਕ ਧਿਆਵਹੁ, ਹਰ ਇੱਕ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਲਾ ਕੇ ਧਿਆਉਣਾ ਕਰੋ, ਮਨ ਲਾ ਕੇ ਆਰਾਧਨਾ ਕਰੋ। ਆਰਾਧਨਾ ਆਰਾਧਨਾ ਨਿਕਾ ਹਰ ਹਰ ਨਾਮ ਆਰਾਧਨਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਉਹਨਾਂ ਕੋਲੇ ਪ੍ਰੇਮੀ ਆ ਕੇ ਕਹਿਣ ਲੱਗਾ, ਬਾਬਾ ਜੀ ਮੇਰਾ ਮਨ ਨਹੀਂ ਟਿਕਦਾ, ਮੈਂ ਕੀ ਕਰਾਂ? ਤੇ ਮੈਂ ਬਥੇਰਾ ਨਿਤਨੇਮ ਕਰਦਾ, ਮੂਲ ਮੰਤਰ ਕਰਦਾ। ਕਹਿੰਦੇ ਭਾਈ ਤੂੰ ਬਥੇਰਾ ਨਾ ਕਰਿਆ ਕਰ, ਭਾਵੇਂ ਜਗਤੀ ਦਾ ਕਰ ਲਿਆ ਕਰ। ਆ ਫੜ ਮਾਲਾ, ਰੋਜ਼ ਭਾਵੇਂ ਇੱਕ ਹੀ ਮਾਲਾ ਫੇਰ, ਤੇ ਪਰ ਮਣਕਾ ਉਦੋਂ ਸੁੱਟਣਾ ਹੈ ਜਦੋਂ ਤੇਰਾ ਮਨ ਟਿਕੇ। ਉਂਝ ਸਮਝਣਾ ਵੀ ਕੀਤਾ ਨਹੀਂ ਹੈ। ਜਿਸ ਮੂਲ ਮੰਤਰ ਦਾ ਪਾਠ ਕਰਦਿਆਂ ਹੋਇਆ ਮਨ ਇਕਾਗਰ ਹੋਵੇ, ਉਹਨੂੰ ਗਿਣਤੀ 'ਚ ਲਿਆਉਣਾ, ਭਾਵੇਂ ਮਾੜਾ ਕੀ ਕਰ। ਉਹਨੇ ਕਿਹਨੇ ਨਾਲ ਚੱਲ ਲੱਗੇ ਰਹਿਣਾ, ਮਨ ਟਿਕਣਾ ਕੋਈ ਨਹੀਂ। ਹੌਲੀ ਹੌਲੀ ਜਦ ਆਪਾਂ ਧਿਆਨ ਹੀ ਨਹੀਂ ਦਿੰਦੇ ਤੇ ਸੋਚਾ ਸੋਚੀ ਜਾਈਦਾ, ਅਰਦਾਸ ਹੁੰਦੀ 2-4 ਮਿੰਟਾਂ ਦੀ, ਇਹਦੇ 'ਚ ਨਹੀਂ ਮਨ ਟਿਕਦਾ। ਉਹ ਪਤਾ ਉਦੋਂ ਲੱਗਦਾ ਜਦੋਂ ਅਰਦਾਸ ਸੰਪੂਰਨ ਹੋ ਜਾਂਦੀ ਹੈ, ਫਿਰ ਦੁਬਾਰਾ ਤੋਂ ਕਰਨ ਲੱਗੀਦਾ, ਕਿਉਂਕਿ ਮਨ ਜੋ ਨਹੀਂ ਟਿਕਿਆ। ਇਹ ਮਨ ਭਾ ਜਾਂਦਾ, ਅਗਰ ਮੱਥਾ ਟੇਕਣਾ ਹੀ ਪੈਂਦਾ ਵੀ ਹੁਣ ਕੋਈ ਗੱਲ ਨਹੀਂ। ਮਹਾਰਾਜ ਨੂੰ ਪਤਾ ਹੀ ਹੈ ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਇਹਦਾ ਸੁਭਾਅ ਹੀ ਚੰਚਲ ਹੈ। ਮਨ ਪਾਰਾ ਗੁਰਮੁਖ ਵਸਿਆਣ, ਇਹ ਮਨ ਪਾਰੀ ਦੀ ਤਰ੍ਹਾਂ ਹੈ ਜੋ ਮਰਜ਼ਾਦਾ ਰੂਪੀ ਗੋਲੀ ਹੇਠ ਨਹੀਂ ਠਹਿਰਦਾ। ਜਿੰਨਾ ਜੋਰ ਲਾਓਗੇ ਉਹਨਾਂ ਭੱਜੂਗਾ। ਤੇ ਜੇ ਮਨ ਟਿਕ ਗਿਆ ਫਿਰ ਤਾਂ ਰੱਬ ਹੀ ਮਿਲ ਗਿਆ, ਫਿਰ ਤਾਂ ਕਹਾਣੀ ਖਤਮ ਹੋ ਗਈ ਨਾ, ਫਿਰ ਤਾਂ ਲੋੜ ਹੀ ਨਹੀਂ ਹੈ। ਇਹ ਕਹਾਣੀਆਂ ਸਾਰੀਆਂ ਮਨ ਦੀਆਂ ਹੀ ਨੇ, ਜਿੰਨੀਆਂ ਵੀ ਆਪਾਂ ਪਾ ਰਹੇ ਇੱਕ ਦੂਜੇ ਨਾਲ ਸਭ ਮਨ ਦੀਆਂ ਨੇ, ਕਿਉਂਕਿ ਹੁਣ ਜੇ ਆਪਾਂ ਇੱਕ ਮਿੰਟ ਨਹੀਂ ਬੈਠ ਸਕਦੇ। ਇਹ ਕਹਾਣੀਆਂ ਦੇ ਨਾਲ ਬੰਦਾ ਜੁੜਿਆ ਰਹਿੰਦਾ ਹੈ। ਆਨੇ ਬਾਨੇ ਇਹ ਮਨ ਟਿਕਾਉਣ ਦਾ ਸਾਧਨ ਹੈ। ਇਹ ਤਾਂ ਕਹਾਣੀ ਖਤਮ ਹੋ ਗਈ ਜੇ ਮਨ ਟਿਕ ਗਿਆ। ਇਸ ਲਈ ਇਹ ਬਹੁਤਾ ਲੰਬਾ ਨਹੀਂ ਸੋਚਣਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰਦਾ। ਮਨ ਵਸਿਆ ਹੋਇਆ ਨਾਨਕ ਜੇ ਪੂਰਨ ਕਿਰਪਾ ਹੋਏ। ਹੁਣ ਪੂਰਨ ਕਿਰਪਾ ਸਾਡੇ ਤੇ ਜੇ ਹੋਊਗੀ ਤੇ ਤਾਂ ਹੀ ਮਨ ਟਿਕੂਗਾ, ਜੇ ਪੂਰਨ ਕਿਰਪਾ ਹੋ ਗਈ ਫਿਰ ਗੱਲ ਖਤਮ ਹੋ ਗਈ। ਇਸ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਕਿਰਪਾ ਕਰੇ। ਮਹਾਰਾਜ ਕਹਿੰਦੇ ਹਰੇਕ ਧਿਆਵੋ, ਇਹ ਮਨ ਅੱਜ ਹਰ ਜੀ ਧਿਆਈ ਤੋਂ ਇੱਕ ਮਨ ਇੱਕ ਚਿਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇੱਕ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੋ। ਇਸੇ ਪ੍ਰਕਾਰ ਰਾਣ ਝੁੰਝਣੜਾ ਗਾਉ ਸਤੀ। ਰਾਣ ਨਾਮ ਹੈ ਯੁੱਧ ਦਾ, ਜੋ ਕਾਮ ਕ੍ਰੋਧ ਆਦਿਕਾਂ ਦਾ ਯੁੱਧ ਸਾਡੇ ਅੰਦਰ ਚੱਲ ਰਿਹਾ, ਇਹਨੂੰ ਝੁੰਝਣੜਾ ਜਿੱਤਣਾ ਹੈ। ਆਪਾਂ ਬੜਾ ਫਖਰ ਕਰਦੇ ਹਾਂ ਕਿ ਫਲਾਣੇ ਤੇ ਮੈਂ ਜ਼ੋਰ ਪਾ ਲਿਆ, ਉਹਨੂੰ ਦਬਾ ਲਿਆ, ਉਹਨੂੰ ਆਪਦੀ ਨੀਂਦ ਬਣਾ ਲਈ, ਆਪਦੀ ਗੱਲ ਬਣਾ ਲਈ, ਉਹ ਮੇਰੇ ਹੱਥੋਂ ਹਾਰ ਗਿਆ। ਜਾਂ ਮੈਂ ਫਾਈਟ ਕੀਤਾ ਤੇ ਮੈਂ ਜਿੱਤ ਗਿਆ। ਫਾਈਟ ਕਰਨ ਵਾਲਾ ਬੰਦਾ ਜਿੱਤਿਆ ਨਹੀਂ ਹੁੰਦਾ। ਜਿਹੜਾ ਫਾਈਟਰ ਹੁੰਦਾ ਹੈ ਉਹ ਹਾਰਿਆ ਹੁੰਦਾ ਹੈ। ਮੰਨ ਲਓ ਵੀ ਮੇਰਾ ਕਿਸੇ ਤੇ ਜ਼ੋਰ ਨਹੀਂ ਚੱਲਿਆ ਤੇ ਮੈਂ ਡਾਂਗ ਚੁੱਕ ਲਈ। ਡਾਂਗ ਚੁੱਕਣ ਦੀ ਸਭ ਤੋਂ ਵੱਡੀ ਮੂਰਖਤਾ ਹੈ। ਜਿਹੜੀ ਗੱਲ ਧੀਰਜ ਨਾਲ ਨਿਬੜੇ, ਸਬਰ ਸੰਤੋਖ ਨਾਲ ਨਿਬੜੇ, ਉਹਦੇ ਨਾਲ ਦੀ ਰੀਸ ਨਹੀਂ ਹੈ। ਪੱਥਰ ਮਾਰਨਾ ਤਾਂ ਕਮਲੇ ਤੋਂ ਕਮਲਾ ਬੰਦਾ ਵੀ ਜਾਣਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਥਿਊਰੀ ਡਾਂਗ ਚੁੱਕਣਾ ਜਾਂ ਪੱਥਰ ਮਾਰਨਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਮਤ ਪਿਆਰ ਦਾ ਹੈ, ਸ਼ਰਧਾ ਦਾ ਹੈ। ਭਾਵੇਂ ਆਪਾਂ ਮਾੜਾ ਕਹਿੰਦੇ ਹਾਂ, ਕਹਿਣਾ ਨਹੀਂ ਚਾਹੀਦਾ ਉਸ ਤਰ੍ਹਾਂ ਕਿਸੇ ਨੂੰ,
ਰੌਲਾ ਪਾਉਂਦੇ ਆ ਵੀ ਆਪਾਂ ਸਿੰਘ ਸਾਹਿਬ ਆ ਬੜੇ ਕੱਟੜ ਨਿਹੰਗ ਜੀ। ਰਾਧਾ ਸੁਆਮੀ ਤੁਸੀਂ ਵੇਖੋ ਕਿਸੇ ਅਖਬਾਰ 'ਚ ਆਪਦੀ ਫੋਟੋ ਨਹੀਂ ਦਿੰਦੇ, ਕੋਈ ਐਡਵਰਟਾਈਜ਼ਮੈਂਟ ਨਹੀਂ, ਕੋਈ ਇਸ਼ਤਿਹਾਰ ਤੁਸੀਂ ਲੱਗਾ ਵੇਖਿਆ ਰਾਧਾ ਸੁਆਮੀ? ਸਾਡੇ ਹਜ਼ਾਰਾਂ ਹੀ ਬੋਰਡ ਨੇ ਸੜਕਾਂ ਦੇ ਉੱਪਰ, ਤੇ ਫਿਰ ਵੀ ਮੁੰਡੇ ਸਾਡੇ ਮੁੰਡੇ ਹੋਈ ਜਾਂਦੇ ਨੇ। ਕਿੰਨਾ ਅੰਮ੍ਰਿਤ ਸੰਚਾਰ ਹੁੰਦਾ, ਕਿੰਨੇ ਸਾਧੂ ਸੰਤ ਨੇ, ਕਥਾ ਕੀਰਤਨ ਵਾਲੀ ਕੋਈ ਮੰਨਦਾ ਨਾ? ਬਿਲਕੁਲ ਨਹੀਂ। ਤੇ ਮੈਂ ਤਾਂ ਅੱਜ ਤੱਕ ਉਹਨੂੰ ਵੇਖਿਆ ਵੀ ਨਹੀਂ, ਤੇ ਪਤਾ ਨਹੀਂ ਕਿਸ ਤਰ੍ਹਾਂ ਬੈਠਦੇ ਨੇ। ਤੇ ਪਰ ਲੋਕ ਜਿੱਥੇ ਪਤਾ ਲੱਗੇ ਇੱਥੇ ਮੁਹੱਲੇ ਦੀਆਂ ਸੜਕਾਂ ਪੱਟੀਆਂ ਗਈਆਂ, ਉੱਥੇ ਆਉਣਾ ਸੀ। ਗੱਲ ਤਾਂ ਪਿਆਰ ਦੀ ਹੈ, ਉਹ ਅਗਲੇ ਪਿਆਰ ਕਰਦੇ ਨੇ, ਜੀਵ ਆਇਆ ਕਹਿੰਦੇ ਨੇ, ਸਭਨਾਂ ਦਾ ਸਤਿਕਾਰ ਕਰਦੇ ਨੇ। ਜਿਹੜਾ ਸੰਗਤ ਜਾਏ ਲੈ ਕੇ ਜਾਏ ਉਹਨੂੰ ਸੋਨੇ ਦਾ ਕੜਾ ਪਾਉਂਦੇ ਨੇ, ਉਹ ਗੱਡੀ ਭਰ ਕੇ ਲਿਆ ਭਾਈ, ਤੇ ਮੁਫਤ ਭੋਜਨ ਦਿੰਦੇ ਹਨ, ਤੇ ਹਸਪੀਟਲ 'ਚ ਮੁਫਤ ਇਲਾਜ ਕਰਦੇ ਨੇ, ਲੋਕਾਂ ਦੇ ਘਰਾਂ ਤੱਕ ਜਾ ਕੇ ਮਦਦ ਕਰਨ ਜਾਂਦੇ ਨੇ। ਤੇ ਆਪਾਂ ਹਮੇਸ਼ਾ ਬਸੇ 'ਚ ਰਹਿਣਾ ਹੋਇਆ। ਇਸ ਵਾਸਤੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਮਤ ਹੈ ਉਹ ਪਿਆਰ ਦਾ ਮਤ ਹੈ, ਹਾਈਟ ਦਾ ਮਤ ਨਹੀਂ। तो ਅਸੀਂ ਜੰਗ ਕਰਕੇ ਕਿਸੇ ਨੂੰ ਜਿੱਤ ਨਹੀਂ ਸਕਦੇ ਜੋ ਪਿਆਰ ਨਾਲ ਜਿੱਤਿਆ ਜਾਂਦਾ। ਕਹਿੰਦੇ ਬੁਰਿਆਂ ਨਾਲ ਭਲਾਈ ਕਰਨੀ, ਮੁਆਫ ਕਰਨਗੇ ਸਿਆਣੇ, ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਸੋ ਜਿਹੜੇ ਬੁਰੇ ਨੇ ਉਹਨਾਂ ਨਾਲ ਵੀ ਨੇਕੀ ਕਰਨੀ ਹੈ। ਜੋ ਕਾਮ ਕ੍ਰੋਧ ਆਦਿਕਾਂ ਦਾ ਯੁੱਧ ਹੈ, ਇਹਨਾਂ ਨੂੰ ਫਾਈਟ ਕਰੋ। ਮਨ ਸੋ ਜੂਝ ਮਰਿਆ ਪਰ ਪਾਏ, ਜੇ ਜੂਝਣਾ ਤਾਂ ਮਨ ਨਾਲ ਜੂਝੋ, ਲੜਾਈ ਕਰੀ ਜਾਓ। ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਉਹ ਜਿਹੜਾ ਨਿਤ ਜੰਗ ਕਰੇ, ਘਰਦਿਆਂ ਨਾਲ ਨਹੀਂ, ਗਲੀ ਬਾਜ਼ਾਰ 'ਚ ਨਹੀਂ, ਆਪਦੇ ਮਨ ਦੇ ਨਾਲ। ਜਿਹੜੇ ਕਾਮ ਕ੍ਰੋਧ ਆਦਿਕ ਵੈਰੀ ਨੇ ਉਹਨਾਂ ਨੂੰ ਫਾਈਟ ਕਰੋ, ਮਾਰ ਮਾਰ ਕੱਢ ਕੇ ਦਿਖਾਓ। ਭਲਾ ਕਮਜ਼ੋਰ ਦੇ ਉੱਪਰ ਤਾਂ ਹਰੇਕ ਜ਼ੋਰ ਪਾ ਲੈਂਦਾ, ਇਹਨਾਂ ਤਗੜਿਆਂ ਨੂੰ ਵਸ ਕਰਕੇ ਦਿਖਾਓ। ਮਨ ਜੀਤਾ ਜਗ ਜੀਤ, ਜਿਹੜਾ ਮਨ ਜਿੱਤਦਾ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਜਗ ਦੇ ਉੱਪਰ ਆਪਣੇ ਆਪ ਹੀ ਜਿੱਤ ਪ੍ਰਾਪਤ ਕਰ ਲੈਂਦਾ। ਇਹ ਸਾਡੇ ਅੰਦਰ ਯੁੱਧ ਚੱਲ ਰਿਹਾ ਹੈ। ਕਹਿੰਦੇ ਨੇ ਮਲਾਰ ਦੀ ਵਾਰ ਦੇ ਵਿੱਚ ਆਪੇ ਛਿੰਝ ਪਵਾਏ। ਛਿੰਝ ਕਹਿੰਦੇ ਜਿੱਥੇ ਘੋੜ ਕਬੱਡੀ ਹੋਣੀ ਹੋਵੇ, ਆਪੇ ਛਿੰਝ ਪਵਾਏ, ਮੱਲਾ ਅਖਾੜਾ ਰਚਿਆ। ਮੱਲ ਕਹਿੰਦੇ ਨੇ ਪਹਿਲਵਾਨ ਨੂੰ, ਅਖਾੜਾ ਕਹਿੰਦੇ ਨੇ ਜੇ ਜੋ ਘੋੜ ਕਰਦੇ ਨੇ। ਇਹ ਛਿੰਝ ਪੈਣੀ, ਇਉਂ ਇੱਕ ਦੂਜੇ ਨਾਲ ਭੁੱਲਣਾ। ਇੰਜ ਮਹਾਰਾਜ ਨੇ ਆਪੇ ਛਿੰਝ ਪਾਈ ਹੋਈ ਸੰਸਾਰ ਦੇ ਵਿੱਚ, ਇਹ ਮੱਲ ਅਖਾੜਾ ਰਚਿਆ ਹੋਇਆ ਹੈ। ਹੱਥੇ ਪੜਤੂ ਪਾਏ ਗੁਰਮੁਖ ਮਚਿਆ। ਜਿਹੜੇ ਗੁਰਮੁਖ ਨੇ ਇਹਨਾਂ ਪੜਤੂ ਪਾ ਦਿੱਤਾ ਹੁੰਦੀਆਂ ਸਾਰੀ। ਸਾਧ ਸੰਗਤ ਜੀਓ ਬੜੇ ਮੱਚੇ, ਚੜ੍ਹਦੀ ਕਲਾ ਦੇ ਵਿੱਚ ਰਹੇ, ਮਾਰ ਮਾਰ ਥਾਪੀਆਂ। ਤੇ ਜਿਹੜੇ ਕਮਜ਼ੋਰ ਦਿਲ ਸਨ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਦਿੱਤੀਆਂ। ਇਹੋ ਜਿਹੇ ਭਲਵਾਨ ਨੇ, ਉਹ ਗੁਸਾਈ ਦਾ ਪਹਿਲਵਾਨ, ਮੈਂ ਗੁਰ ਮਿਲੋਚਿਤ ਮਾਨੜਾ, ਉੱਚਾ ਦਮਾਲਾ। ਗੁਰਦੁਆਰੇ ਸਾਹਿਬ ਦਾ ਆਉਣਾ ਹੀ ਨਹੀਂ ਚਾਹੀਦਾ ਬਿਨਾਂ ਦਸਤਾਰ ਤੋਂ। ਜਿਹੜੇ ਸਿਰੋਂ ਮੁੰਨੇ ਵੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਪਰਨਾ ਬਣ ਕੇ ਆਇਆ ਕਰ, 2 ਮਿੰਟ ਦਾ 2.5 ਮਿੰਟ ਦਾ, ਜਿੰਨਾ ਤੁਹਾਨੂੰ ਚੰਗਾ ਲੱਗਦਾ। ਜਿਹੜੇ ਕੇਸਾਧਾਰੀ ਨੇ ਉਹ ਤਾਂ ਦਸਤਾਰ ਦੇ ਨਾਲ ਹੀ ਹੋਣ, ਤੇ ਦਸਤਾਰ ਹੁੰਦੀ ਹੈ 10 ਮੀਟਰ ਦੀ ਘੱਟੋ ਘੱਟ, ਤੇ 8.5 9 ਮੀਟਰ ਦੀ ਤਾਂ ਹੋਣੀ ਚਾਹੀਦੀ ਹੋਈ ਹੈ। 6-7 ਮੀਟਰ ਦੀ ਦਸਤਾਰ ਤੇ 2.5 ਮੀਟਰ ਦਾ ਥੱਲੇ ਪਰਨਾ। ਨਿਹੰਗ ਸਿੰਘ ਵੇਖੋ ਕਿੰਨੇ ਮੀਟਰ ਦੀ ਦਸਤਾਰ ਬੰਨ੍ਹਦੇ ਹਨ, ਉੱਪਰ ਪਰਲਾ ਕੱਢਦੇ ਨੇ। ਮਹਾਰਾਜ ਕਹਿੰਦੇ ਕਿ ਜੇ ਗੁਰਮੁਖ ਦਾ ਜੀਵਨ ਹੈ ਉਹ ਭਲਵਾਨਾਂ ਵਰਗਾ ਹੈ। ਜਿਹੜੇ ਪਹਿਲਵਾਨ ਹੁੰਦੇ ਨੇ ਉਹ ਆਪਦਾ ਝੰਡਾ ਉੱਚਾ ਕਰਕੇ ਲਾਉਂਦੇ ਹਨ, ਜਿਹਨੂੰ ਝੰਡੀ ਕਹਿੰਦੇ ਨੇ। ਇੰਜ ਉਹ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉਚਿਤ ਮਾਨਣਾ। ਨਿਹੰਗਾਂ ਨੇ ਸਿਰ 'ਤੇ ਝੰਡਾ ਲਾਤਾ, ਉੱਚਾ ਉੱਚਾ ਦਮਾਲਾ ਸਜਾਇਆ ਹੈ। ਉਹ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉਚਿਤ ਮਾਨਣਾ। ਸਭ ਹੋਈ ਛਿੰਝ ਇਕੱਠੀ ਆ, ਦਈਓ ਬੈਠਾ ਵੇਖੈ ਆਪ ਜੀਓ। ਬਾਤ ਵਜਣ ਨਮਕ ਢੇਰੀਆਂ, ਪਲ ਤੇ ਲੈਂਦੇ ਫੇਰੀਆਂ। ਇੱਥੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਮਾਂ ਨੇ ਸਾਨੂੰ ਥਾਪੀ ਦਿੱਤੀਆਂ, ਮਾਰ ਮਾਰ ਥਾਪੜੇ ਤੇ ਪੱਟਾਂ ਦੇ, ਤੇ 4 ਸਵੇਰੇ ਛਿੰਝ ਦੇ ਵਿੱਚ ਜਦੋਂ ਇਹ ਧਮਾਲ ਪਾਉਂਦਾ ਹੈ ਤਾਂ ਫਿਰ ਆਪਣੇ ਆਪ ਹੀ ਧਰਤੀ ਹਿਲਦੀ ਹੈ। ਕਮਜ਼ੋਰ ਦਿਲ ਜਿਹੜੇ ਨੇ ਉਹ ਦੌੜ ਜਾਂਦੇ ਹਨ।
ਲੱਥੇ ਪੜਤੂ ਪਾਏ ਗੁਰਮੁਖ ਬੱਚਿਆ। ਜਦ ਗੁਰਮੁਖ ਮੱਚਦਾ ਚੜ੍ਹਦੀ ਕਲਾ ਦੇ ਵਿੱਚ ਧਮਾਲ ਹੁੰਦਾ ਤਾਂ ਧਰਤੀ ਹਿਲਦੀ ਹੈ। ਮਨਮੁਖ ਮਾਰੇ ਪਛਾਣ ਮੂਰਖ ਕੱਚੇ ਆ, ਬੇਵਕੂਫ ਝੂਠੇ ਮਨਮੁਖ ਬੰਦੇ ਉਹ ਪਿਛੜ ਜਾਂਦੇ ਨੇ। ਉਹ ਮੂੰਹ ਭਾਰ ਪਟਕਾ ਕੇ ਮਾਰਦਾ ਹੈ। ਆਪ ਬੜਿਆ ਮਾਰੇ ਆਪ ਕਾਰਜ ਰਚਿਆ। ਸਵਾਮੀ ਆਪੇ ਖੇਡ ਕਰਦਾ, ਆਪੇ ਘੁਲਦਾ, ਆਪੇ ਪਛਾੜਦਾ ਹੈ। ਜਿਹਦੇ ਵਿੱਚ ਜ਼ੋਰ ਪਾ ਦੇ। ਭਾਈ ਬਚਿੱਤਰ ਸਿੰਘ ਵੇਖੋ ਨਾਗਰੀ ਬਰਸ਼ੀ ਨਾਲ ਹਾਥੀ ਨੂੰ ਚਿੱਤ ਕਰ ਦਿੰਦਾ ਹੈ। ਇਹਦੇ ਬੰਦੇ ਦਾ ਮੁਕਾਬਲਾ ਨਹੀਂ ਹਾਥੀ ਨਾਲ। ਇਹ ਕਲਗੀਧਰ ਨੇ ਥਾਪੀ ਨਹੀਂ ਦਿੱਤੀ। ਸਭਨਾ ਖਸਮ ਇੱਕ ਹੈ ਗੁਰਮੁਖ ਜਾਣੀ ਹੈ। ਹੁਕਮ ਹੀ ਲਿਖਿਆ ਸਭ ਲੇਖ ਮੇਰੇ ਕੋਲ ਮਸਵਾਣੀ ਹੈ। ਇਉਂ ਜੋ ਸੂਰਮਾ ਉਹ ਹੈ ਜਾਕੋ ਹਰਨ ਲਾਗੋ ਸਯੁਗ ਮੈਂ ਸੋ ਗਈ ਹੈ। ਸੂਰਜ ਨੂੰ ਵਾਹਿਗੁਰੂ ਦਾ ਪ੍ਰੇਮ ਲੱਗਾ ਤੇ ਕਾਮ ਆਦਿ ਨਾਲ ਯੁੱਧ ਕਰਕੇ ਇਹਨੂੰ ਜਿੱਤਣਾ ਹੈ। ਉਹ ਇਸ ਮਨੁੱਖਾ ਸਰੀਰ ਰੂਪੀ ਰਣ ਭੂਮੀ ਵਿੱਚ ਜੀਵਨ ਮੁਕਤੀ ਨੂੰ ਪਾਉਣ ਵਾਸਤੇ ਜੂਝਣਾ ਹੈ। ਜਾਂ ਸੰਸਾਰ ਰੂਪੀ ਯੁੱਧ ਭੂਮੀ 'ਚ ਮੋਹ ਨੂੰ ਹਰਾ ਕੇ ਵਿਵੇਕ ਨੂੰ ਜਿੱਤਣਾ ਹੈ। ਜਾਂ ਵਿਵੇਕ ਨੂੰ ਰਾਜ ਤੇ ਬਿਠਾਉਣਾ ਹੈ। ਇਹੀ ਜੂਝਣਾ ਹੈ। ਆਪ ਜੀਵਤ ਭਾਵ ਤੋਂ ਮਰ ਕੇ ਪਾਰ ਬ੍ਰਹਮ ਦਾ ਰੂਪ ਹੋਣਾ ਹੈ। ਆਸਰੀ ਸ਼ਬਦਾਂ ਨਾਲ ਜੂਝ ਕੇ ਦੇਵੀ ਸ਼ਬਦਾਂ ਦੀ ਜਿੱਤ ਕਰਾਉਣੀ ਹੈ। ਭਾਵ ਸੱਚ ਰੂਪ ਦੀ ਜਿੱਤ ਪ੍ਰਾਪਤ ਕਰਨੀ ਹੈ। ਹਰੇਕ ਧਿਆਵਹੁ ਇੱਕ ਮਹਾਰਾਜ ਕਹਿੰਦੇ ਨੇ ਵੀ ਇੱਕ ਓੰਕਾਰ ਬਾਣੀ ਦੀ ਜਿਹੜੀ ਅਰੰਭਤਾ ਇੱਕ ਤੋਂ ਕੀਤੀ ਹੈ। ਹਰੇਕ ਧਿਆਵਹੁ ਮੇਰੇ ਮਨਾ ਪਸੰਦ ਰਾਗ ਦੇ ਵਿੱਚ ਬਚਨ ਹੈ। ਇੱਕੋ ਜਪ ਇੱਕੋ ਸਾਲਾ ਇੱਕ ਸਿਮਰ ਇੱਕੋ ਮਨਾ ਇੱਕ ਸਕੀਰ ਨੂੰ ਗਾਓ ਅਨੰਤ ਮਨਤਨ ਜਾਪ ਇੱਕੋ ਅਨੰਤ। ਇੱਕ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਉਣਾ ਕਰੋ। ਸਤਿਗੁਰ ਤੁਮ ਸੇਵ ਸਖੀ। ਇਹ ਸਤਿਗੁਰੂ ਸੇਵੀਓ ਤੁਸੀਂ ਸਤਿਗੁਰੂ ਸਾਹਿਬ ਜੀ ਨੂੰ ਸੇਵਨਾ ਕਰੋ। ਮਨ ਚਿੰਦਿਆੜਾ ਫਲ ਪਾਵਹੁ। ਅਤੇ ਮਨ ਚਿਤ ਫਲ ਨੂੰ ਤੁਸੀਂ ਪਾਉਣਾ ਕਰੋ। ਕਿਉਂਕਿ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਵਰ ਪਾਉਣਾ ਹਉਮੈ ਵਿੱਚੋਂ ਜਾਏ। ਜਿਹੜਾ ਬੰਦਾ ਘਰੋਂ ਬਿਮਾਰ ਆਵੇ ਤੇ ਸਾਰੇ ਪਾਸੇ ਤੋਂ ਆਸਾਂ ਮੁੱਕ ਜਾਣ, ਗੁਰੂ ਘਰ ਦੀ ਸੇਵਾ ਕਰਨ ਦਾ ਜੇ ਉਹਦਾ ਚਿੱਤ ਹੋਵੇ ਤੇ ਉਹ ਤੰਦਰੁਸਤ ਹੋ ਸਕਦਾ ਹੈ। ਤੇ ਇਸ ਲਈ ਜੇ ਕੋਈ ਨਿਰਧਨ ਹੋਵੇ, ਗਰੀਬ ਹੋਵੇ ਤੇ ਮਹਾਰਾਜ ਦੀ ਸੇਵਾ ਕਰਨ ਤੋਂ ਅਮੀਰ ਹੋ ਜਾਂਦਾ ਹੈ। ਸੰਸਕ੍ਰਿਤ ਦੀ ਸ਼ਲੋਕ ਦੇ ਵਿੱਚ ਲਿਖਿਆ ਹੈ ਗੁਰੂ ਸਾਹਿਬ ਨੇ, ਨਾਨਕ ਗੁਰ ਸੇਵਾ ਕਿੰਜ ਨਾ ਲੱਭੇ। ਅਤੇ ਤੁਸੀਂ ਦੱਸੋ ਵੀ ਗੁਰਦੁਆਰੇ ਦੀ ਸੇਵਾ ਕਰਨ ਨੂੰ ਕੀ ਕੁਛ ਨਹੀਂ ਲੱਭਦਾ। ਕੋਈ ਮੁਰਖ ਤੋਂ ਮੁਰਖ ਬੰਦਾ ਵੀ ਆਵੇ ਉਹ ਵੀ ਕਥਾਵਾਚਕ ਬਣ ਜਾਂਦਾ, ਵਿਦਵਾਨ ਬਣ ਜਾਂਦਾ। ਅੜੇਲ ਸੁਣਿਆ ਗੁੰਮ ਜੋ ਜਾਹੇ ਸੋ ਰਸਨਾ ਗਾਵੇ। ਜਿਹਨੂੰ ਬੋਲਣਾ ਨਾ ਆਉਂਦਾ ਹੋਵੇ ਉਹਦੀ ਜ਼ਬਾਨ ਚੱਲਣ ਲੱਗ ਜਾਂਦੀ, ਕੁੰਗੇ ਬੋਲਣ ਲੱਗ ਜਾਂਦੇ ਨੇ। ਤੇ ਸੁਣਿਆ ਮੂੜ ਚਿਤ ਲਾਏ ਚਤੁਰਦਾ ਆਵੇ। ਕੋਈ ਮੁਰਖ ਬੰਦਾ ਸੁਣੇ ਉਹਦੇ 'ਚ ਸਿਆਣਪ ਆ ਜਾਂਦੀ। ਅੜੇਲ ਸੁਣਿਆ ਗੁੰਮ ਜੋ ਜਾਹੇ ਸੋ ਰਸਨਾ ਪਾਵੇ। ਸੁਣਿਆ ਮੂੜ ਚਿਤ ਲਾਏ ਚਤੁਰਦਾ ਆਵੇ। ਦੂਰ ਦਰਦ ਭਉ ਨਿਕਟ ਨਾ ਤੇ ਨਰਕੇ ਰਹੇ। ਨਾ ਦੁੱਖ ਨਾ ਦਰਦ ਨਾ ਭਉ। ਦੁੱਖ ਵੀ ਨਹੀਂ ਹੋਊਗਾ, ਦਰਦ ਵੀ ਨਹੀਂ ਹੋਊਗੀ। ਰੋਗ ਆਊਗਾ ਸਹੀ ਕਰਮਾਂ ਦਾ, ਪਰ ਉਹਦੀ ਦਰਦ ਨਹੀਂ ਹੋਊਗੀ। ਦੁੱਖ ਦਾ ਮਤਲਬ ਹੈ ਚਿੰਤਾ ਦਾ ਵਿਸ਼ਾ ਨਹੀਂ ਬਣੂਗਾ। ਤੇ ਦੁੱਖ ਦਰਦ ਭਾਉ ਕਿਸੇ ਦਾ ਡਰ ਨਹੀਂ ਲੱਗੇਗਾ। ਨਿਕਟ ਨਾ ਆਵੇ ਇਹ ਚੀਜ਼ਾਂ ਨੇੜੇ ਨਹੀਂ ਆਉਣਗੀਆਂ। ਉਹ ਜੋ ਜਾ ਕੀ ਇੱਕ ਵਾਰ ਚੌਕੀ ਦੁੱਖ ਹੈ ਉਹ ਛੰਦ ਦੀ ਚਾਲ ਹੈ, ਅੜਿਲ ਦੀ ਚਾਲ। ਜਿਹੜਾ ਇੱਕ ਵਾਰ ਵੀ ਗੁਰੂ ਗੋਬਿੰਦ ਸਿੰਘ ਦੀ ਉਚਾਰੀ ਚੌਪੜੀ ਦਾ ਪਾਠ ਕਰਦੇ ਹੋਊਗਾ ਗੱਜ ਕਰ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਚੌਪੜੀ ਕਵੀ ਵਾਜਬੀ ਅੰਦਰੀ ਚੌਪੜੀ ਅਮਰੀ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਸ਼ੇ ਚੌਪੜੀ ਸ਼ਬਦ ਦਾ ਪਾਠ। ਤੇ ਇਉਂ ਭੂਤਾ ਪ੍ਰੇਤਾਂ ਦੀ ਛਾਇਆ ਛੱਪਾ ਵੀ ਦੌੜ ਜਾਂਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਤੋ ਜਿਹੜਾ ਮਹਾਰਾਜ ਦਾ ਨਾਮ ਜਪਦਾ ਨਿਰਤਨ ਕੋ ਤੁਮ ਦੇਵੋ ਧਨਾ। ਤੇ ਜਿਹੜੇ ਨਿਰਤਨ ਹੁੰਦੇ ਨੇ ਉਹਨਾਂ ਨੂੰ ਮਹਾਰਾਜ ਨਾਮ ਤਨ ਦੇ ਨਾਲ ਦੁਨਿਆਵੀ ਤਨ ਦੇ ਨਾਲ ਮਾਲਾ ਮਾਲ ਕਰ ਦਿੰਦਾ, ਦੁੱਖਾਂ ਤੋਂ ਸੁਖ ਬਣਾ ਦਿੰਦਾ ਹੈ। ਕਹਿੰਦੇ ਨੇ ਸ੍ਰੀ ਰਾਗ ਮਹੱਲਾ ਪੰਜਵਾ। ਜਾਕੋ ਮੁਸਕਲ ਯਤ ਬਣੇ ਢੋਈ ਕੋਈ ਨੰਦੇ
लागू हुए दुश्मन साथ पे पज खले सबो पंजे आसर चुके सब राम चेते आवे उस पार ब्रह्म लगे न तीवा साहिब नितान अंगतान आए न जाई थे सदा गुर संधि हर जान रहा जेको हुए गुर संधि सच जान रहा जेको हुए दुबला नंग भुख की पीर कोई दुबला कमजोर जिहा होवे जिन्हों भी रोटी पानी लगता ना होवे कोई दवाई बूटी असर ना करती होवे उन्होंने महाराज दवाई भी असर कर लग पैंदी ते पानी भी दुध वांग असर करदा ते इहों कमजोर बंदे बलवान बन जाते हैं या औगड़ा करके कमजोर होवे गुणा करके बड़बड़ा हो जाता कोई नंगा होवे उन्होंने महाराज बस चोला सिर दे के ढक दिंदा कोई भुखा होवे ते उन्होंने महाराज सच्चे पातशाह साध संगत जीओ सबर संतोख बख्श दिंदा कोई पीड़ वाला होवे ओदियां दर्दां खत्म कर दिंदा जेको होवे दुबला नंग भुख की पीर दबड़ा पल्ले ना पवे जिहदे पल्ले एक पैसा भी ना पैंदा होवे यानी प्रॉफिट ना हुंदा होवे दुनिया करोड़ां पदी है पर फिर भी घबराई हुई है क्यों क्योंकि कमाई आउंदी तां बड़ी है पर कहते बरकत नहीं पैंदी गल तां बरकत दी है गल आउण दी नहीं है बरकत की बात है बरकत रब रुपये च भी पा सकता है तो जे उसकी निगाह ना हो फिर लख च भी नहीं पैंदी है तो क्यों जिहदे पल्ले बरकत ना होवे भगत नामदेव जी बारे लिखिया कि आठ दाम को शिपर होए लाखीना अद्धी अद्धी कौड़ी वास्ते है शिंबे ज्यादा नामदेव वेखो मेहनत मुशक्कत करने वाला लखा का बन गया जिन्नी भी आप गोल्ड च माया पेटा करते हैं नामदेव को भी तो मत्था जाता ही है उन्होंने भी नमस्कार करते हैं मत्था टेकते हैं जिन्हें शब्द भगत ने सब गरीबी का वेच रहे कि नाम जपते रहे पर मारे कहते लखा की बन गए कोई दमड़ा पैसा पल्ले ना होवे ना कोई दीवे धीर कोई धीरज देने वाला भी ना होवे हौसला भी ना देवे भी कोई गल नहीं असी तेरे नाल मतलब सारे साथ छड़ जान स्वार्थ सुभाव ना को करे ना किछु होवे कार कोई भी मनुख की लोड़ गज पूरी ना करे कोई वह काम सिरे ना चढ़े चेते आवे उस पार ब्रह्म एक बार उची बोल के कह दो जी सतनाम श्री वाहिगुरू तांदे चलो हो गए राज उदा राज अचल हो जाएगा मतलब जिहदा कोई संघर्ष कोई जगह डोलती होवे तुसीं सुखमनी साहिब का पाठ करो आपकी जगह से जपजी साहिब सुखमनी साहिब या गुरु घर आके महाराज के चरणों च बैठ के पढ़ो सच्चे पातशाह कृपा कर देगा थोड़े दिनों च दिन बदल जाएंगे एकदम जिहड़ी चिंता है खत्म हो जाएगी कोई ना कोई जुगाड़ महाराज लड़ा देगा एक राह बंद कर दे 10 खोल दिंदा है जाको चिंता बहुत बहुत जिन्हों बड़ी चिंता होवे ते देही व्यापै रो शरीर हमेशा रोगी रहिंदा होवे गृहस्थ कुटुंब पलेटिया हमेशा गृहस्थ के जंजाल के परिवार के जंजाल फसिया रहिंदा होवे ते एक मिनट भी रब का नाम लैण का टाइम ना होवे कदे हर्ष कदे सोग कदे खुशी कदे गमी होवे तुसी संगत चाहो गुरु साहब कृपा करूगा गौण करे चौकुंड का जिहड़ा सारी धरती ते तुरिया फिरदा दर दर की खाक छाणदा होवे पर पल्ले एक पंजी भी ना पवे घड़ी ना बैसन सोए एक घड़ी बहना ना मिले सौना ना मिले ते पैसा ही भगवान नहीं है पैसा तो बहुत है ते पर टिका नहीं है शांति नहीं है इसलिए थोड़ा बहुत टाइम संगत लई नितनेम लई नहाउण धोण लई जरूरी है तो इसलिए जिहदे पल्ले भावें पैसा तो होवे पर उहदे कोल टिका ना होवे बैठण नूं ना मिलदा होवे मन चिंतातुर होवे चित आवे उस पार ब्रह्म तन मन शीतल होवे उचारण करो सतनाम श्री वाहिगुरू जब पार ब्रह्म परमेश्वर चेते आ जाए ਉਹਦਾ ਤਨ ਅਤੇ ਮਨ ਸ਼ੀਤਲ ਹੋ ਜਾਂਦਾ ਠੰਡਾ ਠਾਰ ਹੋ ਜਾਂਦਾ ਮੈਂ ਮੁਸਲਮਾਨਾਂ ਨੂੰ ਦੇਖਿਆ ਇੱਕ ਨੂੰ ਸ਼ਟਰ ਛੁੱਟ ਕੇ ਖੜੇ ਕੇ ਬੈਠਿਆਂ ਵੇਖਿਆ
ਇੱਕਦਮ ਨਮਾਜ਼ ਦਾ ਟਾਈਮ ਹੋਇਆ, ਸ਼ਟਰ ਸੁੱਟ ਕੇ ਉਹਨੇ ਆਪਦਾ ਮਸਲਾ ਵਿਛਾਇਆ, ਦੁਕਾਨ ਦੇ ਥੜੇ ਦੀ ਗੋਡੀਆਂ ਮੁੱਢੀਆਂ ਮਾਰ ਰਹੀਆਂ। ਇੱਕ ਵਾਰੀ ਇੱਥੋਂ ਲੁਧਿਆਣੇ ਤੋਂ ਆ ਰਿਹਾ ਸੀਗਾ, ਇੱਥੇ ਮਰਿੰਡੇ ਸ਼ਾਇਦ ਬੱਸ ਸਟੈਂਡ ਦੀ ਗੱਲ ਹੈ, ਉਹ ਥੜੇ ਦੀ ਵੇਟ ਕਰ ਰਹੇ ਸੀ। ਇੱਕਦਮ ਪਤਾ ਨਹੀਂ ਕੀ ਹੋਇਆ, ਉਹਨੇ ਬੈਗ ਬੁੱਕ ਸੁੱਟਿਆ ਪਰਾਂ ਤੇ ਆਪਦਾ ਉਹਨੇ ਆਸਣ ਲਾਇਆ, ਗੋਡੀਆਂ ਮੁੱਢੀਆਂ ਮਾਰੀਆਂ, ਥੱਲੇ ਆਸਣ ਵਿਛਾ ਕੇ ਹੱਥ ਜੋੜ ਕੇ ਅੱਖਾਂ ਬੰਦ ਕਰ ਲਈਆਂ। ਬੱਸ ਆਉਂਦੀ ਤੇ ਲੰਘ ਜਾਏ ਪਰ ਸਾਡਾ ਨਮਾਜ਼ ਦਾ ਟਾਈਮ ਹੋ ਗਿਆ। ਤੇ ਪਰ ਸਾਡੇ 'ਚ ਢਲਿਆਈ ਹੈ ਕਿ ਸ੍ਰੀ ਜਪਜੀ ਸਾਹਿਬ ਦਾ ਪਾਠ ਜਾਂ ਰਹਿਰਾਸ ਦਾ ਪਾਠ ਜਾਂ ਕੀਰਤਨ ਸੋਝੇ ਦਾ ਪਾਠ ਤੇ ਜੋ ਸਮਾਂ ਹੈ ਨਿਤਨੇਮ ਦਾ, ਇਹ ਸਾਨੂੰ ਭੁੱਲ ਜਾਂਦਾ ਹੈ। ਨਿਯਮ ਦੇ ਨਾਲ ਭਾਵੇਂ ਬੰਦਾ ਥੋੜਾ ਕਰੇ ਪਰ ਕਰੇ ਜ਼ਰੂਰ, ਗੁਰੂ ਸਾਹਿਬ ਕਿਰਪਾ ਕਰਦਾ ਹੈ। ਸਾਡੇ ਸੁਹਾਣੇ ਮਸੀਤ ਇੱਕ ਵਾਰ ਮੈਂ ਵੇਖਿਆ, ਵੇਖਦੇ ਉਸ ਤਰ੍ਹਾਂ ਕੁਛ ਵੀ ਨਹੀਂ ਤੁਸੀਂ ਜਾਓਗੇ, ਖਾਲੀ ਬਿਲਕੁਲ ਨਾ ਅੰਦਰ ਨਾ ਬਾਹਰ। ਵੇਖਦੇ ਘੱਟੋ ਘੱਟ 100-150 ਸੈਂਟ ਉੱਥੇ ਆ ਗਏ ਲੱਗ ਗਏ। ਇਹ ਸਾਰਾ ਮਜ਼ਦੂਰ ਟੱਪਕਾ, ਡੇਲੀ ਵੇਜ ਵਾਲੇ ਬੰਦੇ, ਕੋਈ ਪੇਂਟਰ ਹੈ ਤੇ ਕੋਈ ਮਿਸਤਰੀ ਹੈ, ਕੋਈ ਲੇਬਰ ਹੈ, ਕੋਈ ਕੁਛ ਹੈ, ਉਹ ਸਾਈਕਲ ਤੇ ਆਏ ਤੇ ਆ ਕੇ ਉਹਨਾਂ ਆਪਦਾ ਟਾਈਮ ਲਾਇਆ। ਉਹ ਸ਼ਾਇਦ ਸ਼ੁੱਕਰਵਾਰ ਨੂੰ ਪੜ੍ਹਦੇ ਨੇ, ਪਤਾ ਨਹੀਂ ਵੀਰਵਾਰ ਸ਼ਾਮ ਨੂੰ ਪੜ੍ਹਦੇ ਨੇ, ਤੇ ਜੁਮੇ ਵਾਲਾ ਸ਼ੁੱਕਰਵਾਰ ਹੀ ਹੁੰਦਾ ਸ਼ਾਇਦ। ਸਾਡਾ ਠੇਕੇਦਾਰ ਪੱਥਰ ਦਾ, ਇਹ ਮੱਕੇ ਦਾ ਹਾਜੀ ਹੈ, ਨਿਜ਼ਾਮੁਦੀਨ ਹਾਜੀ। ਮੈਂ ਬਹੁਤ ਸਤਿਕਾਰ ਕਰਦਾ, ਜਦੋਂ ਵੀ ਮਿਲੇ ਉਹਨੂੰ ਫਤਿਹ ਬੁਲਾਈ ਦੀ ਹੈ ਤੇ ਉਹ ਵੀ ਹੱਸ ਕੇ ਮਿਲਦਾ। ਗੁਰੂੜਾ ਕਦੀ ਮਹਾਰਾਜ ਦੀ ਕਿਰਪਾ ਬਹੁਤ ਹੈ, ਪਰ ਨਿਮਰਤਾ ਹੱਥ ਦੀ। ਤੇ ਜਿੰਨੇ ਵੀ ਪੱਥਰ ਵਾਲੇ ਸਾਰੇ ਮੁਸਲਮਾਨ ਉਹਨੇ ਟਾਈਮ ਦੀ ਛੁੱਟੀ ਕਰ ਦਿੰਦਾ, ਸ਼ੁੱਕਰਵਾਰ ਦੀ ਸ਼ਾਮ ਅੱਧਾ ਦਿਨ ਸ਼ਾਇਦ ਛੁੱਟੀ ਦਾ ਦਿੰਦਾ ਵੀ ਆਪਦੀ ਨਮਾਜ਼ ਜ਼ਰੂਰ ਅਦਾ ਕਰੋ, ਕਿ ਉਹ ਤੁਹਾਡਾ ਟਾਈਮ ਟੇਬਲ ਧਰਮ ਦਾ। ਜਿਹੜੇ ਗੋਰੇ ਨੇ ਉਹ ਸਾਡੇ ਦੇਸ਼ ਉੱਪਰ ਕਿਉਂ ਰਾਜ ਕਰ ਗਏ? ਉਹਨਾਂ ਸਾਰਾ ਕੁਝ ਸਾਡਾ ਲਿਖਿਆ ਪਰਖਿਆ, ਸਾਨੂੰ ਲੈ ਕੇ ਉਹਨਾਂ ਜਰਮਨ ਦੀ ਜੰਗ ਜਿੱਤੀ। ਉਹਨਾਂ ਵੇਖਿਆ ਵੀ ਜਿਹੜੇ ਸਿੱਖ ਨੇ ਆਪਣੇ ਧਰਮ 'ਚ ਬੜੇ ਪਰਪੱਕ ਨੇ। ਉਹ ਤਾਂ ਮੂਰਖ ਹੈ ਬੰਦਾ ਜਿਹੜਾ ਗਾਤਰਾ ਲਵਾਉਂਦਾ ਤੇ ਗੁਰਦੁਆਰੇ ਤੋਂ ਦੂਰ ਕਰਦਾ, ਉਹ ਇਹ ਮੂਰਖਾਂ ਵਾਲੀ ਰਾਜਨੀਤੀ। ਗੋਰੇ ਬੜੇ ਸਿਆਣੇ ਸੀਗੇ, ਉਹਨਾਂ ਸਭ ਤੋਂ ਪਹਿਲਾਂ ਜਦ ਸਿੱਖ ਭਰਤੀ ਕੀਤੇ ਤੇ ਗਾਤਰੇ ਵਾਲੇ ਕੀਤੇ। ਕਹਿੰਦੇ ਜਿਹੜੇ ਬੰਦਾ ਆਪਦੇ ਧਰਮ 'ਚ ਹੀ ਪੱਕਾ ਨਹੀਂ, ਉਹ ਸਾਡੇ ਵਫਾਦਾਰੀ ਕੀ ਕਰੂਗਾ? ਪਹਿਲਾਂ ਆਪਣੇ ਗੁਰੂ ਦਾ ਘਰ ਦਾ ਵਫਾਦਾਰ ਤਾਂ ਹੋਵੇ। ਕਿਸੇ ਨਾਲ ਵੀ ਫਰੈਂਡਸ਼ਿਪ ਕਰਨ ਤੋਂ ਪਹਿਲਾਂ ਉਹਦੀ ਬੈਕਗਰਾਉਂਡ ਚੈੱਕ ਕਰੋ ਵੀ ਇਹਨੇ ਭਰਾਵਾਂ ਨਾਲ ਧੋਖਾ ਤਾਂ ਨਹੀਂ ਕੀਤਾ। ਜਿਹਨੇ ਸਗੀ ਮਾਂ ਨਾਲ ਠੱਗੀ ਮਾਰ ਲਈ, ਸਗੀ ਭੈਣ ਨਾਲ, ਸਗੇ ਭਰਾਵਾਂ ਨੂੰ ਠੱਗਿਆ, ਆਪਦੇ ਘਰਦਿਆਂ ਨੂੰ ਛੱਡਿਆ, ਉਹ ਤੁਹਾਡਾ ਕੀ ਬਣੇਗਾ ਦੱਸੋ? ਜਿਹੜਾ ਗੁਰਦੁਆਰੇ ਦਾ ਬੰਦਾ ਨਹੀਂ ਰਿਹਾ, ਉਹ ਦੂਜੇ ਦੀ ਕਿਵੇਂ ਵਫਾਦਾਰੀ ਕਰ ਸਕਦਾ? ਸੋ ਗੋਰਿਆਂ ਨੇ ਅੰਮ੍ਰਿਤਧਾਰੀ ਸਿੰਘ ਭਰਤੀ ਕੀਤੇ, ਪਰ ਉਹਨਾਂ ਦਾ ਗਾਤਰਾ ਨਹੀਂ ਲਵਾਇਆ। ਸਾਡੇ ਬੰਦੇ ਤਾਂ ਮੂਰਖ ਨੇ, ਜਿਹਨੇ ਫੌਜ ਪੰਜਾਬ ਪੁਲਿਸ 'ਚ ਭਰਤੀ ਹੋਣਾ ਗਈ ਜੀ, ਗਾਤਰਾ ਕਿਉਂ ਪਾਇਆ ਜੀ, ਕੇਸ ਕਿਉਂ ਰੱਖੇ ਨੇ? ਉਹਨਾਂ ਦੇ ਮਨ ਦਾ ਭੁਲੇਖਾ ਹੈ, ਉਹ ਸਭ ਤੋਂ ਪਹਿਲਾਂ ਜੂੜਾ ਬਣਾਉਂਦੇ ਨੇ, ਗਾਤਰਾ ਨੂੰ ਸ਼ਹਿਰ ਨੂੰ ਚੰਗਾ ਹੀ ਸਮਝਦੇ। ਇਸ ਵਾਸਤੇ ਇਹ ਕੋਈ ਚੰਗੀ ਬਾਤ ਨਹੀਂ ਹੈ। ਅੰਮ੍ਰਿਤਧਾਰੀ ਸਿੰਘ ਬਣਾਏ ਉਹਨਾਂ ਨੇ ਤੇ ਨਾਲੇ ਗੁਰਦੁਆਰੇ ਦੀ ਪ੍ਰੋਵੀਜ਼ਨ ਕੀਤੀ। ਉਹਨਾਂ ਦੀਆਂ ਫੋਟੋਆਂ ਵੇਖੀਆਂ ਨੇ, ਪੈਰੀ ਭਾਵੇਂ ਬੂਟ ਪਾਏ ਨੇ ਤੇ ਤੁਰੇ ਜਾਂਦੇ ਨੇ ਰੇਤ ਦੇ ਵਿੱਚ, ਤੇ ਪਰ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਸੀਸ ਦੇ ਉੱਪਰ। ਕਿਤੇ ਮਹਾਰਾਜ ਦਾ ਵਸਾ ਨਹੀਂ ਕੀਤਾ, ਜਰਮਨ ਤੱਕ ਉਹ ਮਹਾਰਾਜ ਨੂੰ ਨਾਲ ਲੈ ਕੇ ਗਏ। ਜਿੱਥੇ ਸਿੱਖ ਜਾਂਦਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਜ਼ਰੂਰ ਲੈ ਜਾਂਦਾ। ਇਸ ਲਈ ਜਿਹੜਾ ਬੰਦਾ ਆਪਣੇ ਧਰਮ 'ਚ ਪੱਕਾ ਹੈ, ਉਹਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਤੁਸੀਂ ਰੱਬ ਦਾ ਨਾਮ ਜਪੋ ਤਾਂ ਪਾਤਸ਼ਾਹ ਕਥਨ ਕਰਦੇ ਨੇ, ਮਨ ਚਿੰਦੜਾ ਫਲ ਪਾਵਹੁ, ਤੇ ਮਨ ਚਿਤ ਫਲਾਂ ਨੂੰ ਤੁਸੀਂ ਪ੍ਰਾਪਤ ਕਰ ਲਵੋਗੇ। ਸਾਧ ਸੰਗਤ ਜੀਓ, ਇਹ ਜਿਹੜਾ ਪਾਵਨ ਸ਼ਬਦ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੇਵਲ 2 ਪੰਕਤੀਆਂ ਦਾ ਹੀ ਉਚਾਰਿਆ ਹੈ, ਬਾਕੀ ਹੋਰ ਪੰਕਤੀਆਂ ਨਹੀਂ ਉਚਾਰੀਆਂ। ਬਸ ਇੰਨਾ ਵੀ ਸ਼ਬਦ ਹੈ। ਇੱਕ ਵਾਰੀ ਫਿਰ ਸੁਣ ਲਓ। ਰਾਮ ਕਲੀ ਰਾਗ ਰਾਮ ਕਲੀ ਮਹਲਾ ਪੰਜਵਾ। ਰਣ ਝੁੰਝਨੜਾ ਗਾਉ ਸਖੀ, ਹਾਰੇ ਗਪਿਆਵਹੁ, ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੜਾ ਫਲ ਪਾਵਹੁ। ਬਸ ਇਹਨਾਂ ਵੀ ਸ਼ਬਦ ਹੈ, 2 ਪੰਕਤੀਆਂ ਦਾ ਹੀ, ਹੋਰ ਪੰਕਤੀਆਂ ਨਹੀਂ ਉਚਾਰੀਆਂ। ਗੁਰੂ ਸਾਹਿਬ ਦੀ ਆਪ ਦੀ ਮੌਜ। ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ 'ਚ ਇਹ ਦੋਵੇਂ ਤੁਕਾਂ ਨੇ, ਹੋਰ ਸ਼ਬਦ ਨਹੀਂ ਹੈ। ਨਾ ਹੀ ਲਿਖਣ ਨੂੰ ਹੋਰ ਬਾਣੀ ਵਾਂਗ ਥਾਂ ਛੱਡਿਆ ਹੈ। ਦਮਦਮੀ ਬੀੜ ਵਿੱਚ ਵੀ ਇਹ ਦੋਹੇ ਤੁਕਾਂ ਵਾਲਾ ਸ਼ਬਦ ਹੀ ਹੈ।
ਭਾਈ ਮਣੀ ਸਿੰਘ ਜੀ ਦੀ ਪੇਟ 'ਚ ਵੀ ਇਹ ਦੋ ਹੀ ਤੁਕਾਂ ਨੇ ਜੋ ਦੋਵੇਂ ਹਜੂਰ ਸਾਹਿਬ ਬਿਰਾਜਮਾਨ ਨੇ। ਭਾਈ ਬੰਨੂ ਵਾਲੀ ਪੀੜ ਦੇ ਵਿੱਚ 4 ਪੌੜੀਆਂ ਵਾਲਾ ਸ਼ਬਦ ਹੈ ਜਿਸ 'ਚ ਮੰਗਣੇ ਤੇ ਵਿਆਹ ਆਦਿ ਦਾ ਜ਼ਿਕਰ ਹੁੰਦਾ ਹੈ। ਜੋ ਪਤਾ ਨਹੀਂ ਭਾਈ ਬੰਨੂ ਨੇ ਕਿਹੜੀਆਂ ਉਚਾਰੀਆਂ ਲਿਖੀਆਂ ਨੇ ਜੋ ਸ੍ਰੀ ਮੁਖਵਾਕ ਨਹੀਂ ਹਨ। ਛੰਦ ਦੀ ਚਾਲ ਦਾ ਵਜ਼ਨ ਵੀ ਪੂਰਾ ਨਹੀਂ ਹੈ, ਇਸ ਕਰਕੇ ਪੰਜਵੇਂ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤੀਆਂ ਸਨ। ਸੋ ਭਾਈ ਬੰਨੂ ਨੇ ਆਪਣੀ ਭੀੜ ਵਿੱਚ ਆਪਣੇ ਮਨੋਂ ਲੈ ਕੇ ਛੰਦ ਪੂਰਾ ਕੀਤਾ ਹੋਇਆ ਹੈ। ਉਹ ਮੈਂ ਪਾਠੀ ਕੋਲੋਂ ਨਹੀਂ ਪੜਾਵਾਂਗਾ, ਆਪ ਦੇ ਮੂੰਹ ਤੋਂ ਪੜਾਂਗਾ। 2 ਪੰਕਤੀਆਂ ਪਾਠੀ ਸਿੰਘੋ ਗੁਰਬਾਣੀ ਦੇ ਮੈਂ ਤੁਹਾਨੂੰ ਪੜ੍ਹਾ ਕੇ ਸਰਵਣ ਕਰਾਈਆਂ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਭਾਈ ਬੰਨੂ ਨੇ ਆਪਦੀ ਮਰਜ਼ੀ ਨਾਲ ਲਿਖਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ। ਸਤਿਗੁਰ ਧਿਆਇਆ ਕਰਮ ਪਾਇਆ, ਅਨੂਪ ਬਾਲਕ ਜੰਮਿਆ, ਸਤਿਗੁਰ ਸਾਚਾ ਭੇਜ ਦੀਆ, ਚਿਰ ਜੀਵਨ ਵੱਡ ਪੁੰਨਿਆ, ਮਹਾ ਆਨੰਦ ਹੋਆ ਸਦਾ ਮੰਗਲ, ਹਰਿ ਗੁਣ ਗਾਵੋ, ਜਨ ਕਹੈ ਨਾਨਕ ਸਫਲ ਯਾਤਰਾ, ਸਤਿਗੁਰ ਪੁਰਖ ਧਿਆਵੋ। ਅੰਮ੍ਰਿਤ ਭੋਜਨ ਇਕੱਤਰ ਕਰੇ, ਪਰਿਵਾਰ ਬੁਲਾਇਆ, ਵੰਡਿਓ ਅੰਮ੍ਰਿਤ ਨਾਮ ਹਰੇ, ਜੰਤ ਸਭ ਤ੍ਰਿਪਤ ਆਇਆ, ਸਤਿਗੁਰ ਬੈਠੇ ਵੰਡ ਕੀਨੀ ਸਗਲ ਪਾਉ ਦਿਵਾਇਆ, ਕਰਮਾਂ ਉੱਪਰ ਵੰਡ ਹੋਈ ਖਾਲੀ ਕੋਈ ਨਾ ਜਾਇਆ। ਦੇਖੋ ਬਾਣੀ ਜਾਂਦੀ ਖਾਲੀ ਖਾਲੀ ਜਿਹੀ ਹੈ ਸਾਰਾ ਕੁਛ, ਵਜਨ ਹੀ ਨਹੀਂ ਬਣਦਾ, ਉਹ ਆਨੰਦ ਜਿਹਾ ਹੀ ਨਹੀਂ ਆਉਂਦਾ। ਪਤਾ ਨਹੀਂ ਕਿਉਂ ਜਾਪਦਾ ਵੀ ਜਿਸ ਤਰ੍ਹਾਂ ਕਿਸੇ ਹੋਰ ਨੇ ਕੁਛ ਲਿਖਿਆ ਹੋਵੇ। ਸਭ ਸਿੱਖ ਸਮੇਤ ਭਈ ਇਕੱਤਰਾ, ਮਹਾ ਆਨੰਦ ਸਮਾਇਆ, ਬਿਨਵੰਤ ਨਾਨਕ ਸਾਮ ਹਰ ਕੀ ਸਰਬ ਸੁਖ ਮੈਂ ਪਾਇਆ, ਰੀਤੀ ਸਗਲ ਕਰਾਈਆਂ ਹਰ ਸਿਉ ਬਿਲਾਈ, ਭਜਨ ਉਨੀਤ ਕਰਾਇਆ, ਗੁਰ ਗਿਆਨ ਜਪਾਈ, ਗੁਰ ਗਿਆਨ ਜਪਿਆ ਸੁਖਿਆ ਦਾਤਾ, ਟਟਸਾਲ ਬਾਲਕ ਪਾਇਆ, ਸਗਲ ਵਿਦਿਆ ਸੰਪੂਰਨ ਪੜਿਆ, ਗੋਬਿੰਦ ਹਿਰਦਿਆ ਬਣਾਇਆ, ਜੀਵਨ ਨਾਮ ਕਰਨਾ ਬਿਰਥਾ ਕੋਈ ਨਾ ਜਾਈ, ਬਿਨਵੰਤ ਨਾਨਕ ਦਾਸ ਹਰਿ ਕਾ ਮੇਰਾ ਪ੍ਰਬੰਧ ਸਿਖਾਈ, ਸਾਧ ਸੰਤ ਇਕੱਤਰ ਕਰੇ ਬਾਲ ਕਰੋ ਮੰਗੀਵਾ, ਲੱਦੇ ਸੁਜਨ ਜਨ ਕੁੜਮ ਭਲੇ ਵੰਡੇ ਹੋ ਅੰਮ੍ਰਿਤ ਮੇਵਾ, ਅੰਮ੍ਰਿਤ ਪਾਇਆ ਗੁਰ ਗਿਆਨ ਦ੍ਰਿੜਾਇਆ, ਸਗਲ ਦੁਖ ਮਟਾਇਆ, ਸਗਲ ਲਖਾਇਆ ਤਰੋਂ ਆਇਆ, ਵਿਆਹੋ ਕੁੜਮ ਦਿਵਾਇਆ, ਅਜਰ ਜੰਗ ਬਣਾਏ ਠਾਕੁਰ, ਮੁਨ ਜਨ ਟੁਕੇ ਸਭ ਦੇਵ ਸੁਰਾ, ਜਨ ਕਹੈ ਨਾਨਕ ਕਾਜ ਹੋਆ, ਭਜੇ ਅਨਹਦ ਪੂਰਾ। ਉਹ ਇੰਜ ਭਾਈ ਬੰਨੂ ਜੀ ਨੇ ਆਪ ਦੀ ਕਵਿਤਾ ਬਣਾ ਕੇ ਆਪ ਦੀ ਮੂਡ ਵਿੱਚ ਲਿਖੀ ਹੈ। ਹੋਰ ਵੀ ਉਹਨੇ ਬੜੇ ਨਸਕੇ ਹੋਰ ਬੜੀਆਂ ਗੱਲਾਂ ਉਹਦੀ ਜੁਦਾਈ ਕਰ ਦਿੱਤੀਆਂ। ਜੋ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਤੇ ਨੇ ਉਹ ਦਮਦਮੇ ਸਾਹਿਬ ਵਾਲੇ ਸਰੂਪ ਵਾਲੇ ਹਨ। ਦਮਦਮੇ ਬੀੜ ਗੁਰੂ ਮਹਾਰਾਜ ਕਲਗੀਧਰ ਦੀ ਮੋਹਰ ਵਾਲੇ ਗੁਰਤਾ ਗੱਦੀ ਦੇ ਮਾਲਕ ਨੇ। ਸਹਿਜ ਪਾਠ ਅਖੰਡ ਪਾਠ ਇਹਨਾਂ ਨੂੰ ਵੀ ਕਰਨਾ ਹੈ। ਬਾਕੀ ਨੌਲੇਜ ਲਈ ਆਪਾਂ ਹੋਰ ਗ੍ਰੰਥ ਪੜ੍ਹ ਸਕਦੇ ਹਾਂ। ਪੁੰਨਾ ਚ ਪ੍ਰਾਰਥਨਾ ਕਰੋ ਜੀ, ਅੱਗੇ ਦੋ ਸਮਤ ਬਖਸ਼ੋ। ਰਣ ਝੰਜਨੜਾ ਗਾਉ ਸਖੀ, ਹਰ ਏਕ ਤੇ ਆਵੋ, ਸਾਧ ਗੁਰ ਤੁਮ ਸੇਵ ਸਖੀ, ਮਨ ਚਿੰਤਿਆੜਾ ਫਲ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ